ਸਿੱਖ ਕੌਮ ਕਦੇ ਖਤਮ ਨਹੀਂ ਹੋ ਸਕਦੀ ਤੇ ਨਾ ਹੁਣ ਤੱਕ ਹੋਈ ਹੈ, ਬੜੇ ਹਮਲੇ ਹੋਏ ਨੇ, ਤਾਂ ਫਿਰ ਨਸਲਕੁਸ਼ੀ ਦੀ ਬਜਾਏ ਨਸਲਕੁਸ਼ੀ ਦੀ ਕੋਸ਼ਿਸ਼ ਕਿਉਂ ਨਹੀਂ ਕਿਹਾ ਜਾਂਦਾ? ਉਹ ਜੁਰਮ ਜਿਹੜਾ ਆ ਉਹ ਨਸਲਕੁਸ਼ੀ ਦਾ ਹੀ ਮੰਨਿਆ ਜਾਊਗਾ। ਬੇਸ਼ੱਕ ਉਹ ਭਾਈਚਾਰਾ ਯਹੂਦੀਆਂ ਦੀ ਨਸਲਕੁਸ਼ੀ ਹੋਈ, ਸਾਰੀ ਦੁਨੀਆ ਨੇ ਪ੍ਰਵਾਨ ਕੀਤੀ। ਇਹ ਦੰਗੇ ਨਹੀਂ, ਇਹ ਨਸਲਕੁਸ਼ੀ ਸੀਗੀ, ਇੱਕ ਸਿਰਜੇ ਰੂਪ ਦੇ ਵਿੱਚ ਕੀਤੀ ਗਈ ਸੀ। ਇੰਡੀਆ ਦੇ ਵਿੱਚ ਕੋਈ ਵੀ ਐਸਾ ਕਾਨੂੰਨ ਨਹੀਂ ਹੈ ਜਿਹੜਾ ਡਿਫਾਈਨ ਕਰਦਾ ਹੋਵੇ ਕਿ ਜੈਨੋਸਾਈਡ ਕੀ ਹੈ, ਉਹਦੀ ਮਨਾਹੀ ਕਰਦਾ ਹੋਵੇ ਤੇ ਉਹਦੇ ਵਾਸਤੇ ਸਜ਼ਾ ਦਿੰਦਾ ਹੋਵੇ। ਇੰਡੀਆ ਨੇ ਕਈ ਵਾਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ, ਮੇਰੀ ਜਾਣਕਾਰੀ ਦੇ ਵਿੱਚ ਵੀ ਹੈ ਕਿ ਜਿੱਥੇ ਉਹਨਾਂ ਨੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ, ਬੜੇ ਵੱਡੇ ਪੱਧਰ ਦੇ ਉੱਪਰ ਜ਼ੋਰ ਲਾਇਆ, ਝੂਠੀਆਂ ਜਾਣਕਾਰੀਆਂ ਵੀ ਫੈਲਾਈਆਂ। 48-50 ਦੇ ਕਰੀਬ ਦਸਤਾਵੇਜ਼ ਹੈਗੇ ਨੇ ਜਿਹੜੇ ਅਸੀਂ ਆਪਣੀ ਕਿਤਾਬ ਦੇ ਵਿੱਚ ਪਿੱਛੇ ਪ੍ਰਕਾਸ਼ਿਤ ਕੀਤੇ ਆ। ਇਹ ਜਿਹੜੀ ਸੂਚੀ ਹੈ ਇਹਦੇ ਵਿੱਚ ਕਿਤੇ ਵੀ ਪੰਜਾਬ ਦਾ ਨਾਮ ਨਹੀਂ ਦਿਖਦਾ। ਪੰਜਾਬ ਵਿਧਾਨ ਸਭਾ ਦੇ ਵਿੱਚ ਕਦੇ ਵੀ ਨਸਲਕੁਸ਼ੀ ਇਸ ਕਤਲੇਆਮ ਨੂੰ ਨਹੀਂ ਐਲਾਨਿਆ ਗਿਆ, ਕਦੇ ਮੰਗ ਦੀ ਵੀ ਕੋਈ ਵੱਡੇ ਪੱਧਰ ਤੇ ਦਿਖਾਈ ਨਹੀਂ ਦਿੱਤੀ। ਇੱਕ ਅਜਿਹਾ ਕਿਉਂ ਹੈ? ਮਤਲਬ ਕੇਜਰੀਵਾਲ ਨੇ ਵੀ ਉਹਨਾਂ ਨੇ ਇਹ ਗੱਲ ਡਿਸਕਲੋਜ਼ ਕੀਤੀ ਵੀ ਉਹਨੇ ਵੀ ਬੁਲਾ ਕੇ ਇਹ ਗੱਲ ਕਹੀ ਵੀ ਤੁਸੀਂ ਇਸ ਤਰ੍ਹਾਂ ਕਰੋ ਜੀ, ਇਹਦੇ ਵਿੱਚ ਕਾਰਨੇਜ ਲਫ਼ਜ਼ ਲਿਖ ਦਿਓ, ਮੈਸੈਕਰ ਲਿਖ ਦਿਓ, ਕੁਝ ਵੀ ਲਿਖ ਦਿਓ, ਵੀ ਜੈਨੋਸਾਈਡ ਲਫ਼ਜ਼ ਜਿਹੜਾ ਆ ਇਹ ਕੱਢ ਦਿਓ। ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕਦੇ ਉਸ ਪੱਧਰ ਤੇ ਮੰਗ ਮੈਨੂੰ ਲੱਗਦਾ ਉੱਠਦੀ ਦੇਖੀ ਨਹੀਂ ਹੈ। ਚਾਹੀਦਾ ਹੈ ਕਿ ਇੰਡੀਆ ਮੁਨਕਰ ਹੋਣ ਦੀ ਬਜਾਏ ਇਹਦੇ ਵਾਸਤੇ ਜਿਹੜੀ ਆ ਉਹ ਮਾਫੀ ਮੰਗੇ। ਇਨਸਾਫ ਨਹੀਂ ਮਿਲਿਆ, ਉੱਥੇ ਐਡਾ ਕੁ ਜ਼ੁਲਮ ਹੈ ਜਿਹੜਾ ਉਹਨਾਂ ਪਰਿਵਾਰਾਂ ਤੇ ਹੋਇਆ ਸੀਗਾ। ਦੁਨੀਆ ਦੇ ਸਾਹਮਣੇ ਐਕਸਪੋਜ਼ ਕਰਨਾ ਆ ਕਿ ਇਹ ਨਿਆਂ ਕਰਨ ਦੇ ਸਮਰੱਥ ਨਹੀਂ ਹੈ। ਪਰ ਨਵੰਬਰ 1984 ਦੇ ਵਿੱਚ ਵੀ ਜਿੱਥੇ ਹਮਲੇ ਦੀ ਸ਼ੁਰੂਆਤ ਹੋਈ, ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਕਰਕੇ ਹੀ ਹੋਈ। ਜ਼ਖਮ ਨੂੰ ਨਸੂਰ ਬਣਾਉਣ ਦੀ ਬਜਾਏ ਤੁਸੀਂ ਸੂਰਜ ਬਣਾਓ। ਜਿੱਥੋਂ ਤੱਕ ਸਾਇਆ ਦਿੱਲੀ ਦਾ, ਅੱਗਾਂ ਹੀ ਅੱਗਾਂ, ਚੌਂਕ ਚੁਰਾਹੇ ਰੁਲਦੀਆਂ, ਪੱਗਾਂ ਹੀ ਪੱਗਾਂ। ਸਿੱਖ ਨਸਲਕੁਸ਼ੀ 1984 ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼ ਨਾਮੀ ਕਿਤਾਬ ਦੇ ਪਿਛਲੇ ਪਾਸੇ ਇਹ ਲਿਖਿਆ ਹੋਇਆ। ਤੇ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇਸ ਕਿਤਾਬ ਦੇ ਲੇਖਕਾਂ ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ ਦੇ ਨਾਲ ਗੱਲਬਾਤ ਕਰਾਂਗੇ। 1984 ਸਿੱਖ ਕਤਲੇਆਮ ਦੀ ਗੱਲ ਕਰਾਂਗੇ। 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਿਉਂ ਮੰਨਦੇ ਨੇ, ਸਿੱਖ ਭਾਈਚਾਰਾ ਨਸਲਕੁਸ਼ੀ ਕਿਉਂ ਮੰਨਦਾ ਹੈ ਤੇ ਭਾਰਤ ਸਰਕਾਰ ਕਿਉਂ ਨਹੀਂ ਮੰਨਦੀ, ਇਸ ਮਸਲੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਇਸ ਕਿਤਾਬ ਦੇ ਬਾਰੇ ਵੀ ਗੱਲਬਾਤ ਕਰਾਂਗੇ। ਐਤਕੀ 38 ਸਾਲ ਹੋ ਗਏ ਨੇ ਪਰ ਜ਼ਖਮ ਹਾਲੇ ਤੱਕ ਨਹੀਂ ਸੁੱਕੇ ਉਸ ਕਤਲੇਆਮ ਦੇ। ਗਿੱਲੇ ਹੀ ਨਹੀਂ ਬਲਕਿ ਅੱਲੇ ਵੀ ਹਨ। 2010 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਵਸਦਾ ਸਿੱਖ ਭਾਈਚਾਰਾ, ਸਿੱਖ ਜਥੇਬੰਦੀਆਂ, ਮੀਡੀਆ ਅਤੇ ਹੋਰ ਜਿੰਨੇ ਵੀ ਲੋਕ ਨੇ ਉਹ ਨਵੰਬਰ 1984 ਦੇ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਹਿਣ। ਕਾਰਨ ਵੀ ਦਿੱਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਵਿੱਢੀ ਹੋਈ ਮੁਹਿੰਮ ਚਲਾ ਕੇ ਦੇਸ਼ ਭਰ ਦੇ 18 ਸੂਬਿਆਂ ਤੇ 110 ਸ਼ਹਿਰਾਂ ਦੇ ਵਿੱਚ ਹਜ਼ਾਰਾਂ ਬੇਕਸੂਰ ਸਿੱਖਾਂ ਦਾ ਕਤਲ ਕੀਤਾ ਗਿਆ, ਉਹ ਮਨੁੱਖੀ ਅਧਿਕਾਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਲੰਘਣਾ ਹੈ, ਜਿਸ ਨੂੰ ਸਿੱਖ ਨਸਲਕੁਸ਼ੀ ਨਹੀਂ ਤਾਂ ਹੋਰ ਕੀ ਕਿਹਾ ਜਾਵੇ। ਸੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। 40 ਦੇ ਕਰੀਬ ਵਿਦੇਸ਼ੀ ਕੌਂਸਲਾਂ, ਵਿਧਾਨ ਸਭਾਵਾਂ ਨੇ ਵੀ ਨਸਲਕੁਸ਼ੀ ਦੇ ਵਜੋਂ ਮੰਨਿਆ ਹੈ। ਦਿੱਲੀ ਵਿਧਾਨ ਸਭਾ ਵੀ ਇਹਨਾਂ ਦੇ ਵਿੱਚ ਸ਼ਾਮਿਲ ਹੈ, ਪਰ ਭਾਰਤ ਦੀ ਸਰਕਾਰ ਨੇ ਹਾਲੇ ਤੱਕ ਅਧਿਕਾਰਿਤ ਤੌਰ ਤੇ ਨਹੀਂ ਐਲਾਨਿਆ। ਸਾਡੇ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ। ਬਹੁਤ-ਬਹੁਤ ਸਵਾਗਤ ਹੈ ਭਾਈ ਸਾਹਿਬ ਤੁਹਾਡਾ ਦੋਵਾਂ ਦਾ ਇਸ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਭਾਈ ਪਰਮਜੀਤ ਸਿੰਘ ਗਾਜ਼ੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਮੈਂ ਸਵਾਲ ਪੁੱਛਾਂਗੀ ਕਿ 3 ਚੀਜ਼ਾਂ ਨੇ ਜਿਹੜੀਆਂ ਖਾਸ ਤੌਰ ਤੇ ਭਾਰਤੀ ਮੀਡੀਆ ਦੇ ਵਿੱਚ ਜਾਂ ਫਿਰ ਆਮ ਤੌਰ ਤੇ ਪੂਰੀ ਦੁਨੀਆ ਦੇ ਮੀਡੀਆ ਦੀ ਹੀ ਗੱਲ ਕਰ ਲਈਏ, ਲੋਕਾਂ ਦੀ ਗੱਲ ਕਰ ਲਈਏ, ਦੰਗੇ, ਕਤਲੇਆਮ ਅਤੇ ਨਸਲਕੁਸ਼ੀ, 3 ਤਰ੍ਹਾਂ ਦੇ ਨਾਮ ਨੇ ਜਿਹੜੇ ਉਹ ਦਿੱਤੇ ਜਾਂਦੇ ਨੇ। ਨਸਲਕੁਸ਼ੀ ਨਾਮ ਹੈ ਉਹ ਬਹੁਤ ਹੀ, ਇੱਕ ਤਾਂ ਸਿੱਖ ਭਾਈਚਾਰੇ ਵੱਲੋਂ, ਬਹੁਤ ਹੀ ਦੁਨੀਆ ਦੇ ਛੋਟੇ ਵਰਗ ਦੇ ਵੱਲੋਂ ਨਸਲਕੁਸ਼ੀ ਮੰਨਿਆ ਜਾਂਦਾ ਹੈ। ਤਿੰਨਾਂ ਦੇ ਵਿੱਚ ਅੰਤਰ ਕੀ ਹੈ ਜੇ ਆਪਾਂ ਦੇਖ ਲਈਏ ਸ਼ਬਦੀ ਤੌਰ ਤੇ? ਦੇਖੋ, ਦੰਗੇ ਆਮ ਰੂਪ ਦੇ ਵਿੱਚ ਉੱਥੇ ਮੰਨੇ ਜਾਂਦੇ ਉਹ ਇੱਕ ਹਿੰਸਕ ਟਕਰਾਅ ਹੁੰਦਾ ਜਿੱਥੇ ਕਿਸੇ ਵੀ ਕਾਰਨ ਕਰਕੇ 2 ਧਿਰਾਂ ਆਪਸ ਦੇ ਵਿੱਚ ਟਕਰਾਅ ਦੇ ਵਿੱਚ ਆ ਜਾਂਦੀਆਂ, ਤੋੜ-ਫੋੜ ਹੁੰਦੀ ਹੈ, ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਦੀ ਮਾਰ ਕਟਾਈ ਜਿਹੜੀ ਆ ਉਹ ਕੀਤੀ ਜਾਂਦੀ ਹੈ। ਸੋ ਉਹਨੂੰ ਹੀ ਜ਼ਿਆਦਾਤਰ ਦੇ ਉੱਪਰ ਜਿਹੜਾ ਆ ਉਹ ਦੰਗਿਆਂ ਦਾ ਜਾਂ ਰਾਈਟਸ ਦਾ ਲਫ਼ਜ਼ ਵਰਤਿਆ ਜਾਂਦਾ, ਜਿੱਥੇ ਆਪੋ ਤਾਪੀ ਫੈਲ ਜਾਂਦੀ ਆ, ਲੋਕ ਇੱਕ ਦੂਸਰੇ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਨੇ। ਜਿਹੜਾ ਕਤਲੇਆਮ ਹੈ ਉਹ ਇਹ ਹੈ ਕਿ ਮਿੱਥ ਕੇ ਜਦੋਂ ਤੁਸੀਂ ਕਿਸੇ ਨੂੰ ਨਿਸ਼ਾਨਾ ਬਣਾਉਂਦੇ ਹੋ ਤੇ ਉਹਨਾਂ ਨੂੰ ਮਤਲਬ ਵੱਖ-ਵੱਖ ਤਰੀਕੇ ਦੇ ਨਾਲ ਇੱਕ ਵਿਉਂਤਬੰਦੀ ਕਰਕੇ ਘੇਰ ਕੇ ਉਸ ਤਰੀਕੇ ਦੇ ਨਾਲ ਮਤਲਬ ਕਹਿ ਲਓ ਕਿ ਨਿਹੱਥੇ ਕਰਕੇ ਤੇ ਫਿਰ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਵੱਡੀ ਗਿਣਤੀ ਦੇ ਵਿੱਚ ਕਿਸੇ ਵੀ ਵਰਗ ਨੂੰ, ਉਹਨੂੰ ਕਤਲੇਆਮ ਕਿਹਾ ਜਾਂਦਾ ਹੈ। ਤੇ ਜਿਹੜਾ ਕਤਲੇਆਮ ਕਿਸੇ ਵੀ ਸਮੂਹ ਨੂੰ ਖਤਮ ਕਰਨ ਦੀ ਮਨਸ਼ਾ ਦੇ ਨਾਲ ਕੀਤਾ ਜਾਵੇ ਉਹ ਨਸਲਕੁਸ਼ੀ ਹੈ।
ਸੋ ਜੀ ਜੀ ਨਸਲ ਬਿਲਕੁਲ। ਸੋ ਕੁਸ਼ੀ ਤੇ ਕਤਲੇਆਮ ਇਹ ਦੋਵੇਂ ਆਪਸ ਦੇ ਵਿੱਚ ਜੁੜੇ ਹੋਏ ਆ। ਜੇਕਰ ਤਾਂ ਕਤਲੇਆਮ ਇਸ ਮਨਸ਼ਾ ਤੋਂ ਬਿਨਾਂ ਕੀਤਾ ਜਾ ਰਿਹਾ ਆ, ਕੋਈ ਸਬਕ ਸਿਖਾਉਣ ਦੀ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ, ਕੋਈ ਵੀ ਇਸ ਤਰ੍ਹਾਂ ਦੀ ਧਾਰਨਾ ਜਿਹਦੇ ਵਿੱਚ ਇਹ ਨਹੀਂ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਖਤਮ ਕਰ ਦੇਣਾ ਆ ਜਾਂ ਮਨਸ਼ਾ ਜੀ ਪਿੱਛੇ ਇਹ ਕੰਮ ਨਹੀਂ ਕਰ ਰਹੀ, ਤਾਂ ਉਹ ਕਤਲੇਆਮ ਦੀ ਸ਼੍ਰੇਣੀ ਦੇ ਵਿੱਚ, ਮੈਸੈਕਰ ਕਾਰਨੇਜ ਦੀ ਸ਼੍ਰੇਣੀ ਦੇ ਵਿੱਚ ਆਊਗਾ। ਜੇਕਰ ਪਿੱਛੇ ਜੀ ਮਨਸ਼ਾ ਇਹ ਕੰਮ ਕਰ ਰਹੀ ਹੈ, ਭਾਵੇਂ ਮੁਕੰਮਲ ਤੌਰ ਤੇ ਖਤਮ ਕਰ ਸਕੇ ਜਾਂ ਨਹੀਂ ਕਰ ਸਕੇ, ਇਹ ਗੱਲ ਬੇਮਾਇਨੇ ਆ। ਜੇ ਕਰਨ ਵਾਲਿਆਂ ਦੀ ਮਨਸ਼ਾ ਦਾ ਪ੍ਰਗਟਾਵਾ ਇਹ ਹੁੰਦਾ ਆ ਕਿ ਇਹਨਾਂ ਨੂੰ ਖਤਮ ਕਰ ਦੇਣਾ ਆ, ਤਾਂ ਉਹ ਨਸਲਕੁਸ਼ੀ ਦੇ ਦਾਇਰੇ ਦੇ ਵਿੱਚ ਆਉਂਦਾ। ਜੀ ਜੀ। ਸੋ ਇੱਥੇ ਕਈ ਲੋਕ ਇਹ ਵੀ ਮੰਨਦੇ ਨੇ ਕਿ ਨਸਲਕੁਸ਼ੀ ਦਾ ਮਤਲਬ ਹੁੰਦਾ ਹੈ ਕਿ ਇੱਕ ਨਸਲ ਨੂੰ ਤੁਸੀਂ ਖਤਮ ਹੀ ਕਰ ਦਿੱਤਾ। ਤਾਂ 84 ਕਤਲੇਆਮ ਤੋਂ ਬਾਅਦ ਵੀ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਿਆ। ਇਤਿਹਾਸ ਹੈ ਜਿਹੜਾ ਉਹ ਦੱਸਦਾ ਹੈ ਕਿ ਸਿੱਖਾਂ ਨੂੰ, ਚਾਹੇ ਇੱਕ ਸਿੱਖ ਵੀ ਬਚਿਆ ਹੈ ਦੁਨੀਆ ਦੇ ਵਿੱਚ, ਤਾਂ ਵੀ ਸਿੱਖ ਕੌਮ ਕਦੇ ਖਤਮ ਨਹੀਂ ਹੋ ਸਕਦੀ ਤੇ ਨਾ ਹੁਣ ਤੱਕ ਹੋਈ ਹੈ। ਬੜੇ ਹਮਲੇ ਹੋਏ ਨੇ। ਤਾਂ ਫਿਰ ਨਸਲਕੁਸ਼ੀ ਦੀ ਬਜਾਏ ਨਸਲਕੁਸ਼ੀ ਦੀ ਕੋਸ਼ਿਸ਼ ਕਿਉਂ ਨਹੀਂ ਕਿਹਾ ਜਾਂਦਾ? ਇਹ ਵੀ ਕਈ ਲੋਕ ਮੰਨਦੇ ਨੇ। ਤੇ ਕੀ ਤੁਹਾਡੀ ਰਾਏ ਹੈ? ਇਹਦੇ ਵਿੱਚ ਦੇਖੋ, ਜਦੋਂ ਤੁਸੀਂ ਇੰਟਰਨੈਸ਼ਨਲ ਲਾਅ ਦੇ ਵਿੱਚ ਡੈਫੀਨੇਸ਼ਨ ਦੇਖਦੇ ਆ, ਤਾਂ ਜੈਨੋਸਾਈਡ ਦੀ ਡੈਫੀਨੇਸ਼ਨ ਦੇ ਵਿੱਚ ਅਟੈਂਪਟ ਟੂ ਜੈਨੋਸਾਈਡ ਸ਼ਾਮਲ ਹੀ ਹੈ। ਉਹ ਜੁਰਮ ਜੀ ਜਿਹੜਾ ਆ ਉਹ ਨਸਲਕੁਸ਼ੀ ਦਾ ਹੀ ਮੰਨਿਆ ਜਾਊਗਾ। ਬੇਸ਼ੱਕ ਉਹ ਭਾਈਚਾਰਾ ਯਹੂਦੀਆਂ ਦੀ ਨਸਲਕੁਸ਼ੀ ਹੋਈ, ਸਾਰੀ ਦੁਨੀਆ ਨੇ ਪ੍ਰਵਾਨ ਕੀਤੀ। ਇੱਥੋਂ ਤੱਕ ਕਿ ਜੈਨੋਸਾਈਡ ਦੀ ਜਿਹੜੀ ਕਨਵੈਨਸ਼ਨ ਹੈ, ਉਹਦਾ ਆਧਾਰ ਹੀ ਪ੍ਰਮੁੱਖ ਰੂਪ ਦੇ ਵਿੱਚ ਜਿਹੜਾ ਜਰਮਨੀ ਦੇ ਵੱਲੋਂ ਜਾਂ ਨਾਜ਼ੀਆਂ ਦੇ ਵੱਲੋਂ ਯਹੂਦੀਆਂ ਦੀ ਨਸਲਕੁਸ਼ੀ ਕੀਤੀ ਗਈ ਸੀ, ਉਹਨੂੰ ਹੀ ਆਧਾਰ ਬਣਾਇਆ ਗਿਆ। ਯਹੂਦੀ ਵਕੀਲ ਹੀ ਸੀਗਾ ਰੇਫਿਲ ਲੈਮਕਿਨ, ਜਿਨੇ ਇਸ ਸ਼ਬਦ ਦੀ ਘਾੜਤ ਕੀਤੀ ਜੈਨੋਸਾਈਡ ਦੀ। ਉਸ ਤੋਂ ਬਾਅਦ 1948 ਦੇ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਨਸਲਕੁਸ਼ੀ ਦੇ ਉੱਪਰ, ਉਹ ਸਾਹਮਣੇ ਆਉਂਦੀ ਹੈ। ਪਰ ਯਹੂਦੀ ਦੁਨੀਆ ਦੇ ਵਿੱਚੋਂ ਖਤਮ ਤਾਂ ਨਹੀਂ ਹੋ ਗਏ। ਅਰਮੀਨੀਆਈ ਲੋਕਾਂ ਦੀ ਨਸਲਕੁਸ਼ੀ ਜਿਹੜੀ ਆ ਉਹ ਆਟੋਮਨ ਐਮਪਾਇਰ ਦੇ ਵੱਲੋਂ ਕੀਤੀ ਗਈ, ਪਰ ਅਰਮੀਨੀਆਈ ਲੋਕ ਅੱਜ ਵੀ ਦੁਨੀਆ ਦੇ ਵਿੱਚ ਹੈਗੇ ਆ। ਸਰਕਾਰ ਜਿਵੇਂ ਸਿੱਖ ਨਸਲਕੁਸ਼ੀ ਕਹਿੰਦੇ ਨੇ, ਨਸਲਕੁਸ਼ੀ ਦਾ ਮਤਲਬ ਹੁੰਦਾ ਹੈ ਕਿ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਵਿੱਚ ਵੀ ਲਿਖਿਆ ਹੋਇਆ ਕਿ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਖਤਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਗਈ, ਖਤਮ ਕੀਤਾ ਗਿਆ। ਪਰ ਸਰਕਾਰ ਕਹਿੰਦੀ ਹੈ ਕਿ ਇੱਕਦਮ ਜਿਹੜਾ ਹੋਇਆ ਰਿਐਕਸ਼ਨ ਸੀਗਾ, ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਸਾ ਆਇਆ ਤੇ ਉਸ ਰੋਸੇ ਦੇ ਤਹਿਤ ਇਹ ਸਾਰਾ ਕੁਝ ਹੋਇਆ ਹੈ। ਉੱਥੇ ਕੀ ਤੁਸੀਂ ਮੰਨਦੇ ਹੋ? ਕਿਉਂ ਫਿਰ ਸਿੱਖ ਭਾਈਚਾਰਾ ਨਸਲਕੁਸ਼ੀ ਦਾ ਦਾਵਾ ਕਿਵੇਂ ਕਰਦਾ ਹੈ? ਸਰਕਾਰ ਇਹ ਦਾਵਾ ਕਰਦੀ ਹੈ। ਸੋ ਇਸ ਸੰਬੰਧ ਵਿੱਚ ਇਹ ਕਿ ਜਦੋਂ ਵੀ ਕਿਤੇ ਨਸਲਕੁਸ਼ੀ ਦਾ ਜਿਹੜਾ ਕਤਲੇਆਮ ਦਾ ਪੜਾਅ ਆਉਂਦਾ ਆ, ਉਹ ਜ਼ਿਆਦਾਤਰ ਕਿਸੇ ਘਟਨਾ ਨੂੰ ਹੀ ਆਧਾਰ ਬਣਾਇਆ ਜਾਂਦਾ। ਜਿਸ ਤਰ੍ਹਾਂ ਆਪਾਂ ਰਵਾਂਡਾ ਦੇ ਵਿੱਚ ਦੇਖੀਏ ਕਿ ਉਸ ਸਮੇਂ ਹੁੱਤੂ ਜਿਹੜਾ ਪ੍ਰੈਜ਼ੀਡੈਂਟ ਸੀਗਾ, ਤੇ ਉਹਦਾ ਇੱਕ ਜਹਾਜ਼ ਦੁਰਘਟਨਾ ਦੇ ਵਿੱਚ ਉਹਦੀ ਜਿਹੜੀ ਆ ਮੌਤ ਹੋ ਜਾਂਦੀ, ਔਰ ਉਹਦਾ ਦੋਸ਼ ਜਿਹੜਾ ਆ ਉਹ ਤੁਤਸੀ ਭਾਈਚਾਰੇ ਦੇ ਉੱਪਰ ਲਾ ਕੇ ਤੇ ਉਹਨਾਂ ਦਾ ਕਤਲੇਆਮ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈ। ਔਰ 100 ਦਿਨਾਂ ਦੇ ਵਿੱਚ 8 ਤੋਂ 10 ਲੱਖ ਦੇ ਕਰੀਬ ਜਿਹੜੇ ਲੋਕ ਆ ਉਹ ਕਤਲ ਦੇ ਮਤਲਬ ਘਾਟ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਆ। ਸੋ ਜੇਕਰ ਰਵਾਂਡਾ ਦੇ ਵਿੱਚ ਵੀ ਇਹ ਗੱਲ ਵਾਪਰਦੀ, ਇਸ ਤੋਂ ਇਲਾਵਾ ਬਾਕੀ ਨਸਲਕੁਸ਼ੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਿੱਥੇ ਕਿਸੇ ਨਾ ਕਿਸੇ ਸਿਆਸੀ ਕਤਲ ਨੂੰ ਜਾਂ ਇਸ ਤਰ੍ਹਾਂ ਦੀ ਜਿਹੜੀ ਘਟਨਾ ਆ ਉਹਨੂੰ ਕੀਤਾ ਜਾਂਦਾ, ਔਰ ਜਿਹੜੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਉਹਦੇ ਖਿਲਾਫ ਮਾਹੌਲ ਪਹਿਲਾਂ ਹੀ ਤਿਆਰ ਕੀਤਾ ਹੁੰਦਾ। ਸੋ ਇਸੇ ਤਰ੍ਹਾਂ ਹੀ ਜਿਹੜੀ ਗੱਲ ਹੈ ਉਹ ਸਿੱਖ ਨਸਲਕੁਸ਼ੀ ਦੇ ਦੌਰਾਨ ਵੀ ਵਾਪਰੀ। ਇਹ ਗੱਲ ਜਿਹੜੀ ਆ ਉਹ ਗ੍ਰੈਗਰੀ ਐਚ ਸਟੈਂਟਨ ਨੇ ਵੀ ਦੱਸੀ ਹੈ ਕਿ ਕਿਸੇ ਘਟਨਾਕ੍ਰਮ ਨੂੰ ਆਧਾਰ ਬਣਾਇਆ ਜਾਂਦਾ, ਹਾਲਾਂਕਿ ਜਿਹੜੀਆਂ ਸਟੇਜਿਸ ਨੇ ਉਹ ਪਹਿਲਾਂ ਤੋਂ ਚੱਲ ਰਹੀਆਂ ਹੁੰਦੀਆਂ। ਪਹਿਲਾਂ ਸ਼ਨਾਖਤ ਕੀਤੀ ਜਾਂਦੀ ਹੈ, ਫਿਰ ਉਹਨਾਂ ਨੂੰ ਵਖਰਿਆਇਆ ਜਾਂਦਾ ਆ ਭਾਈਚਾਰਿਆਂ ਨੂੰ, ਫਿਰ ਸਿੰਬੋਲਿਜ਼ਮ ਦਾ ਦੌਰ ਚੱਲਦਾ ਜਿਹਦੇ ਵਿੱਚ ਉਹਨਾਂ ਦੇ ਚਿੰਨ੍ਹਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਦੇ ਵਿੱਚ ਆਰਗੇਨਾਈਜ਼ ਕੀਤਾ ਜਾਂਦਾ, ਵਿਉਂਤਬੰਦੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਤਲੇਆਮ ਹੈ, ਔਰ ਕਤਲੇਆਮ ਦੀ ਸ਼ੁਰੂਆਤ ਜਿਹੜੀ ਆ ਉਹ ਕਿਸੇ ਨਾ ਕਿਸੇ ਵੱਡੀ ਘਟਨਾ ਨੂੰ ਬਹਾਨਾ ਬਣਾ ਕੇ ਕੀਤੀ ਜਾਂਦੀ ਹੈ। ਸੋ ਜਦੋਂ ਵੀ ਤੁਸੀਂ ਜੈਨੋਸਾਈਡ ਦੀ ਸਟੱਡੀ ਕਰੋਗੇ ਤਾਂ ਦੇਖੋਗੇ ਕਿ ਜਿੱਥੇ ਵੀ ਜੈਨੋਸਾਈਡ ਵਾਪਰਦਾ ਆ, ਉੱਥੇ ਕਿਸੇ ਨਾ ਕਿਸੇ ਘਟਨਾ ਨੂੰ ਬਹਾਨਾ ਬਣਾ ਕੇ ਵਾਪਰਦਾ। ਸਾਨੂੰ ਉਦੋਂ ਕਤਲੇਆਮ ਕੀਤਾ ਗਿਆ, ਉਹਦੀ ਯੋਜਨਾ ਪਹਿਲਾਂ ਹੀ ਬਣ ਚੁੱਕੀ ਸੀ, ਉਹ ਫਿਰ ਇੱਕ ਵੱਡਾ ਬਹਾਨਾ ਬਣ ਗਿਆ ਪ੍ਰਧਾਨ ਮੰਤਰੀ ਦੇ ਕਤਲ ਦਾ, ਤੇ ਉਸ ਨੂੰ ਫਿਰ ਅੰਜਾਮ ਦਿੱਤਾ ਗਿਆ। ਤੁਹਾਡੇ ਕਹਿਣ ਦਾ ਇਹ ਮਤਲਬ ਹੈ? ਇਹ ਗੱਲ ਤਾਂ ਬੜੇ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਜੀ। ਜੇਕਰ ਆਪਾਂ ਨਵੰਬਰ 1984 ਦੀ ਘਟਨਾ ਕੋਈ ਆਈਸੋਲੇਸ਼ਨ ਦੇ ਵਿੱਚ ਤਾਂ ਵਾਪਰੀ ਨਹੀਂ ਸੀਗੀ, ਇਹ ਉਸ ਸਮੇਂ ਦੇ ਇੱਕ ਚੱਲ ਰਹੇ ਇਤਿਹਾਸਕ ਘਟਨਾਕ੍ਰਮ ਦਾ ਹੀ ਅਗਲਾ ਪੜਾਅ ਸੀਗੀ। ਜਿਸ ਤੋਂ ਪਹਿਲਾਂ ਜੂਨ ਦੇ ਵਿੱਚ ਦਰਬਾਰ ਸਾਹਿਬ ਤੇ ਵੱਖ-ਵੱਖ ਹੋਰ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲਾ ਹੁੰਦਾ ਆ। ਫਿਰ ਉਸ ਤੋਂ ਬਾਅਦ ਚ ਆਪਰੇਸ਼ਨ ਵੁੱਡ ਰੋਜ਼ ਚਲਾਇਆ ਜਾਂਦਾ, ਜਿਹਦੇ ਤਹਿਤ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਮਤਲਬ ਉਹਨਾਂ ਨੂੰ ਘੇਰਾਬੰਦੀ ਕੀਤੀ ਜਾਂਦੀ, ਉਹਨਾਂ ਦੇ ਮੁਕਾਬਲੇ ਉਹਨਾਂ ਦਾ ਸ਼ਿਕਾਰ ਜਿਹੜਾ ਹੈ ਉਹ ਖੇਡਿਆ ਜਾਂਦਾ ਹੈ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਨਵੰਬਰ 1984 ਦੇ ਵਿੱਚ ਕਤਲੇਆਮ ਜਿਹੜਾ ਉਹ ਵਾਪਰਿਆ। ਜੇਕਰ ਇੰਦਰਾ ਗਾਂਧੀ ਦੇ ਕਤਲ ਨੂੰ ਬਹਾਨਾ ਨਾ ਬਣਾਇਆ ਜਾਂਦਾ ਤੇ ਉਹ ਬਹਾਨਾ ਕੋਈ ਹੋਰ ਹੋ ਸਕਦਾ ਸੀਗਾ। ਫਿਰ ਇਹ ਗੱਲ ਨਵੰਬਰ ਤੱਕ ਵੀ ਨਹੀਂ ਰੁਕੀ। ਉਸ ਤੋਂ ਬਾਅਦ ਦੇ ਵਿੱਚ ਵੀ
ਕਈ ਵਾਰ ਇਹ ਕੋਸ਼ਿਸ਼ ਹੋਈ, ਕਈ ਥਾਵਾਂ ਦੇ ਉੱਪਰ ਹੋਈ। ਉਸ ਸਮੇਂ ਫਿਰ ਇੱਕ ਜੀ ਕਾਊਂਟਰ ਸਟ੍ਰੈਟਜੀ ਉਸ ਸਮੇਂ ਦੇ ਖਾੜਕੂ ਸਿੰਘਾਂ ਦੇ ਵੱਲੋਂ ਅਪਣਾਈ ਗਈ। ਉਹਨਾਂ ਨੇ ਉਹਨਾਂ ਬੰਦਿਆਂ ਨੂੰ ਜਾਂ ਉਹਨਾਂ ਥਾਵਾਂ ਦੇ ਉੱਪਰ ਜਾ ਕੇ ਜਵਾਬੀ ਕਾਰਵਾਈ ਕੀਤੀ ਤੇ ਫਿਰ ਉਸ ਤੋਂ ਬਾਅਦ ਸਟੇਟ ਜਿਹੜੀ ਆ ਉਹ ਰੁਕ ਗਈ। ਉਹਨਾਂ ਨੂੰ ਲੱਗਿਆ ਕਿ ਨਹੀਂ, ਜੇ ਇਸ ਤਰ੍ਹਾਂ ਦਾ ਅਮਲ ਪੰਜਾਬ ਤੋਂ ਬਾਹਰ ਚਲਾਵਾਂਗੇ ਤੇ ਉਹ ਜਿਹੜਾ ਪਹਿਲਾਂ ਨੁਕਸਾਨ ਉਹਨਾਂ ਨੂੰ ਝੱਲਣਾ ਪੈ ਰਿਹਾ ਸੀਗਾ ਵੀ ਉਹ ਹੋਰ ਵੀ ਜ਼ਿਆਦਾ ਵੱਧ ਸਕਦਾ, ਜਿਹਦੇ ਕਾਰਨ ਉਹ ਰੁਕੇ ਆ। ਸੋ ਨਾ ਇਹ ਨਵੰਬਰ ਜੀ 84 ਤੱਕ ਸੀਮਤ ਸੀ, ਇਸ ਤੋਂ ਪਹਿਲਾਂ ਤੋਂ ਚੱਲ ਰਿਹਾ ਸੀ ਔਰ ਬਾਅਦ ਦੇ ਵਿੱਚ ਵੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਰਹੀ ਹੈ। ਕਿਤਾਬ ਹੈ ਜਿਹੜੀ 2021 ਦੇ ਵਿੱਚ ਤੁਹਾਡੀ ਕਿਤਾਬ ਪ੍ਰਕਾਸ਼ਿਤ ਹੋਈ ਹੈਗੀ ਹੈ, ਸਿੱਖ ਨਸਲਕੁਸ਼ੀ 1984। ਇਹਦੇ ਵਿੱਚ ਤਤਕਰਾ ਦੇਖਦੇ ਹਾਂ ਤਾਂ 5 ਭਾਗ ਨੇ ਜਿਹੜੇ ਉਹ ਤੁਸੀਂ ਇਹਦੇ ਬਣਾਏ ਹੋਏ ਨੇ। ਥੋੜਾ ਜਿਹਾ ਇਸ ਕਿਤਾਬ ਦੇ ਬਾਰੇ ਸੰਖੇਪ ਦੇ ਵਿੱਚ ਦਰਸ਼ਕਾਂ ਨੂੰ ਜਾਣਕਾਰੀ ਦਿਓਗੇ ਕਿ 5 ਭਾਗਾਂ ਦੇ ਵਿੱਚ ਤੁਸੀਂ ਕਿਸ ਆਧਾਰ ਤੇ ਵੰਡਿਆ ਹੈ ਕਿਤਾਬ? ਇਸ ਕਿਤਾਬ ਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਕਿਤਾਬ ਦੇ 5 ਭਾਗ ਨੇ। ਉਹਦੇ 'ਚ ਪਹਿਲਾ ਭਾਗ ਜਿਹੜਾ ਹੈਗਾ ਹੱਡੀ ਹੰਡਾਏ ਤੇ ਅੱਖੀਂ ਡਿੱਠੇ ਹਾਲ ਹੈ। ਦੂਸਰਾ ਭਾਗ ਨਸਲਕੁਸ਼ੀ ਦਾ ਖੁਰਾ ਖੋਜ ਹੈ। ਤਾਂ ਤੀਸਰਾ ਭਾਗ ਪੜਚੋਲ ਅਤੇ ਵੇਰਵੇ ਨੇ। ਤੇ ਜਿਹੜਾ ਉਹਦਾ ਚੌਥਾ ਭਾਗ ਹੈਗਾ ਉਹ ਦੰਗੇ ਨਹੀਂ ਨਸਲਕੁਸ਼ੀ ਹੈ। ਤੇ ਜਿਹੜਾ ਕਿਤਾਬ ਦਾ 5ਵਾਂ ਭਾਗ ਹੈਗਾ ਉਹ ਹੈਗਾ ਦਸਤਾਵੇਜ਼। ਜੂਨ 1984 ਦੀ ਗੱਲ ਭਾਜੀ ਹੁਣਾਂ ਨੇ ਕੀਤੀ ਤੇ ਨਵੰਬਰ ਜਿਹੜਾ ਵਾਪਰਿਆ, ਤੇ ਉਹ ਵਾਪਰਨ ਤੋਂ ਬਾਅਦ ਸਰਕਾਰ ਨੇ ਉਸ ਸੰਬੰਧੀ ਇੱਕ ਬਿਰਤਾਂਤ ਸਿੱਖਾਂ ਦੇ ਵਿਰੋਧੀ ਘਟਨਾ ਸ਼ੁਰੂ ਕੀਤਾ ਵੀ ਇਹ ਸਿੱਖਾਂ ਦੀ ਵਜ੍ਹਾ ਕਰਕੇ ਹੀ ਅਸਲ 'ਚ ਇਹ ਗੱਲ ਹੋਈ। ਤੇ ਉਹਨਾਂ ਨੇ ਇਸ ਬਿਰਤਾਂਤ ਨੂੰ ਤੋੜਨ ਵਾਸਤੇ, ਇਸ ਬਿਰਤਾਂਤ ਜਿਹੜਾ ਸਰਕਾਰ ਝੂਠਾ ਖੜਾ ਕਰ ਰਹੀ ਸੀ, ਉਸ ਨੂੰ ਤੋੜਨ ਵਾਸਤੇ 2000 ਦੇ ਵਿੱਚ ਇੱਕ ਆਪਣਾ ਮਹੀਨਾਵਾਰੀ ਮੈਗਜ਼ੀਨ ਹੈ ਜਿਹੜਾ ਉਹ ਸ਼ੁਰੂ ਕੀਤਾ। ਉਸ ਮੈਗਜ਼ੀਨ ਦਾ ਨਾਮ ਸੀਗਾ ਸਿੱਖ ਸ਼ਹਾਦਤ ਮੈਗਜ਼ੀਨ ਸੀਗਾ, ਜਿਹਨੇ ਸਭ ਤੋਂ ਪਹਿਲਾਂ ਇਹ ਗੱਲ ਲੈ ਕੇ ਆਂਦੀ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ, ਦੰਗੇ, ਕਤਲੇਆਮ ਤੇ ਨਸਲਕੁਸ਼ੀ। ਸਿੱਖ ਇੱਕ ਪ੍ਰੋਸੈਸ ਦੇ ਲੈ ਕੇ ਪਹਿਲਾਂ ਸਿੱਖਾਂ ਦੇ ਬਹੁਤ ਵੱਡੇ ਹਿੱਸੇ ਨੇ, ਇੱਥੋਂ ਤੱਕ ਕਿ ਅਕੈਡਮਿਕਸ ਨੇ ਵੀ ਅਸਲ 'ਚ ਜਿਹੜੇ ਦਿੱਲੀ ਦਰਬਾਰ ਨੇ ਦਿੱਤੇ ਸ਼ਬਦ ਸੀਗੇ ਉਹ ਅਡਾਪਟ ਕਰ ਲਏ ਸੀਗੇ। ਤੇ ਉਸ ਸਾਰੇ ਦੇ ਵਿੱਚੋਂ ਅਸੀਂ ਇਹ ਰਸਾਲੇ ਦੇ ਵਿੱਚੋਂ ਬਹੁਤ ਸਾਰੇ ਆਪਣਾ ਜਿਹੜਾ ਭਾਗ ਹੈ ਇਸ ਕਿਤਾਬ ਦਾ, ਜਿੰਨੇ ਵੀ 5 ਭਾਗ ਨੇ, ਤੇ 5 ਭਾਗਾਂ ਚੋਂ ਬਹੁਤ ਸਾਰਾ ਜਿਹੜਾ ਮਟੀਰੀਅਲ ਹੈ 3 ਭਾਗਾਂ ਦੇ ਵਿੱਚ, ਜਿਹੜਾ ਪਹਿਲਾ ਭਾਗ ਹੈ ਜਾਂ ਜਿਹੜਾ ਤੀਸਰਾ ਭਾਗ ਹੈ ਤੇ ਜਾਂ ਜਿਹੜਾ ਚੌਥਾ ਭਾਗ ਹੈ, ਇਹਦਾ 5ਵਾਂ ਤੇ ਜਿਹੜਾ ਦੂਸਰਾ ਤੇ ਜਿਹੜਾ 5ਵਾਂ ਭਾਗ ਹੈ ਉਹ ਬਿਲਕੁਲ ਨਵਾਂ ਹੈ। ਪਹਿਲੇ ਭਾਗ ਦੇ ਵਿੱਚ ਸਿਰਫ ਉਹ ਪੋਰਸ਼ਨ ਐਡ ਹੈ ਜਿਨ੍ਹਾਂ ਨੇ ਉਸ ਹਾਲਾਤ ਨੂੰ ਵੇਖਿਆ ਜਾਂ ਆਪਣੇ ਪਿੰਡੇ ਦੇ ਉੱਤੇ ਹਲਾਇਆ। ਤਾਂ ਉਹਦੇ ਤੋਂ ਇੱਕ ਜਾਣਕਾਰੀ ਹੈ ਚਸ਼ਮਦੀਦ ਗਵਾਹਾਂ ਦੀ, ਉਹ ਸਾਹਮਣੇ ਆਉਂਦੀ ਹੈ ਵੀ ਕੇਸ ਕਿੰਨੀ ਵਿਆਪਕਤਾ ਦੇ ਨਾਲ ਜਿਹੜੀ ਗੱਲ ਹੈ ਜਿਹੜਾ ਇਹ ਕਤਲੇਆਮ ਜਾਂ ਨਸਲਕੁਸ਼ੀ ਸੀਗੀ ਸਿੱਖਾਂ ਦੀ ਕੀਤੀ ਗਈ ਜੀ। ਤੇ ਇਸ ਕਿਤਾਬ ਦਾ ਜਿਹੜਾ ਦੂਸਰਾ ਭਾਗ ਹੈ ਉਹ ਹੈਗਾ ਨਸਲਕੁਸ਼ੀ ਦਾ ਖੁਰਾ ਖੋਜ। ਤਾਂ ਜਿਹਦੀ ਹੁਣ ਇੱਕ ਐਕਸਟੈਂਸ਼ਨ ਮੈਂ ਕਹਿੰਦਾ ਜਾਂ ਇਸ ਦਾ ਇੱਕ ਅਗਲਾ ਆਪਣਾ ਸੁਹਿਰਦ ਕੰਮ ਹੈ, ਉਹ ਵਿਵੇਕਗੜ੍ਹ ਪ੍ਰਕਾਸ਼ਨ ਵੱਲੋਂ ਨਵੀਂ ਕਿਤਾਬ 31 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਰੀ ਕੀਤੀ ਗਈ ਹੈ, ਨਸਲਕੁਸ਼ੀ ਦਾ ਖੁਰਾ ਖੋਜ, ਚਸ਼ਮਦੀਦ ਅਤੇ ਸੁਰਤਾਂ ਦੀ ਜ਼ੁਬਾਨੀ। ਤਾਂ ਉਹ ਕਿਤਾਬ ਇਸ ਚੈਪਟਰ ਦੀ ਐਕਸਟੈਂਸ਼ਨ ਹੀ ਹੈਗੀ ਹੈ। ਤੇ ਇਸ ਭਾਗ ਦੇ ਵਿੱਚ ਅਸੀਂ ਨਕਸ਼ਿਆਂ ਦੇ ਨਾਲ, ਪੂਰੇ ਭਾਰਤ ਦੇ ਨਕਸ਼ਿਆਂ ਦੇ ਸਮੇਤ ਤਾਂ ਸੂਬਿਆਂ ਦੇ ਨਕਸ਼ਿਆਂ ਦੇ ਹਵਾਲੇ ਦੇ ਨਾਲ ਗੱਲ ਕੀਤੀ ਵੀ ਇਹ ਗੱਲ ਜਿਹੜਾ ਦਿੱਲੀ ਨੇ ਵਰਤਾਂਤ ਜਾਂ ਦਿੱਲੀ ਦਰਬਾਰ ਨੇ ਜਿਹੜਾ ਵਰਤਾਂਤ ਸਿਰਜਿਆ ਸੀਗਾ ਵੀ ਇਹ ਨਸਲਕੁਸ਼ੀ ਹੈ ਜਿਹੜੀ ਦਿੱਲੀ ਤੱਕ ਸੀਮਤ ਸੀਗੀ, ਉਹਨੂੰ ਤੋੜਦਾ ਇਹ ਜਿਹੜਾ ਚੈਪਟਰ ਹੈ ਉਹਨੂੰ ਤੋੜਦਾ। ਉਹਨਾਂ ਦੀ ਜਿਹੜੀ ਖੜੀ ਕੀਤੀ ਹੋਈ ਇੱਕ ਆਪਣਾ ਦੀਵਾਰ ਸੀਗੀ ਉਹਨੂੰ ਤੋੜਦਾ ਤੇ ਸੰਨ ਲਾ ਕੇ ਉਹਦੇ ਵਿੱਚੋਂ ਦੀ ਲੋਕਾਂ ਨੂੰ ਅੱਗੇ ਦਿਖਣ ਦੀ ਜਿਹੜੀ ਰੋਸ਼ਨੀ ਹੈ ਉਹ ਦਿੰਦਾ। ਤੇ ਇਹਦਾ ਜਿਹੜਾ ਤੀਸਰਾ ਕੋਸ਼ਿਸ਼ਾਂ ਹੋ ਰਹੀਆਂ ਨੇ ਸਿੱਖ ਸ਼ਹਾਦਤ ਮੈਗਜ਼ੀਨ ਤੋਂ ਲੈ ਕੇ ਹੁਣ ਜਿਹੜੀ ਕਿਤਾਬਾਂ ਦੀ ਲੜੀ ਹੈ ਉਹ ਚੱਲ ਰਹੀ ਹੈ, ਨਸਲਕੁਸ਼ੀ ਤੇ ਕਈ ਕਿਤਾਬਾਂ ਨੇ ਜਿਹੜੀਆਂ ਆ ਚੁੱਕੀਆਂ ਨੇ। ਤਾਂ ਕੀ ਲੱਗਦਾ ਤੁਹਾਨੂੰ ਕਿ ਹਰ ਸਿੱਖ ਤੱਕ, ਜਿੱਥੇ ਵੀ ਵਸਦਾ ਦੁਨੀਆ ਵਿੱਚ ਸਿੱਖ ਭਾਈਚਾਰਾ, ਹਰ ਸਿੱਖ ਦੇ ਮਨ ਤੱਕ ਇਹ ਕਨਸੈਪਟ ਜਾ ਚੁੱਕਿਆ ਹੈ ਕਤਲੇਆਮ ਨਹੀਂ ਨਸਲਕੁਸ਼ੀ ਸੀ? ਕਿੰਨੀ ਕੁ ਕਾਮਯਾਬੀ ਆਪਾਂ ਮੰਨ ਸਕਦੇ ਹੁਣ ਤੱਕ? 38 ਸਾਲ ਹੋ ਗਏ ਨੇ। ਨਹੀਂ, ਹੁਣ ਤਾਂ ਇਹ ਗੱਲ ਦੇਖੋ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਚੁੱਕੀ ਹੈ। ਜੇ ਆਪਾਂ ਗੱਲ ਕਰਨੀ ਹੋਵੇ ਤੇ ਆਪਣਾ ਜਿਹੜਾ ਡਾਇਸਪੋਰਾ ਸਿੱਖ ਹੈ
ਉਹਨੇ ਵੀ ਇਹ ਗੱਲ ਜੀ 2009 ਤੋਂ ਅਸੈਪਟ ਕਰ ਲਈ ਸੀਗੀ ਤੇ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਰੈਜੂਲੇਸ਼ਨ ਪਾਸ ਕਰਾ ਕੇ ਜਿਹੜਾ ਕਿ ਇਸ ਕਿਤਾਬ ਦਾ 5ਵਾਂ ਭਾਗ ਹੈ ਦਸਤਾਵੇਜ਼ਾਂ ਦਾ, ਤਾਂ ਉਹਦੇ ਜੀ ਵਿੱਚ ਅਸੀਂ ਉਹ ਤੁਸੀਂ ਦੇਖ ਸਕਦੇ ਹੋ ਵੀ ਉਹ ਕਿੱਡੇ ਵੱਡੇ ਹਮ, ਲੈਵਲ ਦੇ ਉੱਤੇ ਉਹਨਾਂ ਨੇ ਹਮਲਾ ਮਾਰਿਆ ਤੇ ਆਪਣਾ ਦੰਗੇ ਨਹੀਂ ਸਿੱਖ ਨਸਲਕੁਸ਼ੀ ਸੀਗੀ ਇਹ ਉਹਨੂੰ ਅਸੈਪਟ ਹੈ ਜਿਹੜਾ ਦੁਨੀਆ ਦੀ ਆਪਣਾ ਡੈਮੋਕ੍ਰੇਟਿਕ ਢਾਂਚੇ ਦੇ ਅੰਦਰ ਜਿਹੜਾ ਉਹ ਪਾਸ ਕਰਾਇਆ। ਤੇ ਇਸ ਤੋਂ ਬਾਅਦ ਅਗਲੀ ਗੱਲ ਇਹ ਵੀ ਹੁਣ ਪੰਜਾਬ ਦੀਆਂ ਜਿਹੜੀਆਂ ਧਿਰਾਂ ਇਹ ਗੱਲ ਪਹਿਲਾਂ ਸੋਚਦੀਆਂ ਸੀਗੀਆਂ ਵੀ ਇਹ ਦੰਗੇ ਨੇ, ਤੇ ਉਹਨਾਂ ਨੇ ਇਹ ਜੀ ਗੱਲ ਹੁਣ ਸੋਚ ਕੇ ਉਹਨਾਂ ਨੇ ਇਹ ਗੱਲ ਛੱਡ ਕੇ ਇੱਕ ਅਗਲੇ ਸਟੈਪ ਦੇ ਉੱਤੇ ਆ ਗਈਆਂ ਵੀ ਇਹ ਦੰਗੇ ਨਹੀਂ, ਇਹ ਨਸਲਕੁਸ਼ੀ ਸੀਗੀ। ਇਹ ਬਿਲਕੁਲ ਇੱਕ ਆਪਣਾ ਇੱਕ ਸਿਰਜੇ ਰੂਪ ਦੇ ਵਿੱਚ ਕੀਤੀ ਗਈ ਸੀਗੀ। ਇਹਦੇ ਵਿੱਚ ਚੌਥਾ ਜਿਹੜਾ ਭਾਗ ਹੈ ਦੰਗੇ ਨਹੀਂ ਨਸਲਕੁਸ਼ੀ, ਇਹਦੇ ਵਿੱਚ ਸਭ ਤੋਂ ਪਹਿਲਾਂ ਹੀ ਜਿਹੜਾ ਇੱਕ ਆਰਟੀਕਲ ਹੈ ਨਸਲਕੁਸ਼ੀ ਅਤੇ ਸਿੱਖ ਨਸਲਕੁਸ਼ੀ ਤੁਹਾਡਾ ਹੀ ਲਿਖਿਆ ਹੋਇਆ ਹੈ। ਇਹਦੇ ਵਿੱਚ ਕੀ ਹੈ ਨਸਲਕੁਸ਼ੀ ਤੇ ਸਿੱਖ ਨਸਲਕੁਸ਼ੀ ਦੇ ਵਿੱਚ ਕੋਈ ਫਰਕ ਦੱਸਿਆ ਹੈ ਤੁਸੀਂ? ਇਸ ਲਿਖਤ ਦੇ 3 ਭਾਗ ਨੇ। ਪਹਿਲਾ ਜਿਹੜਾ ਹੈਗਾ ਕਿ ਨਸਲਕੁਸ਼ੀ ਸੰਕਲਪ, ਘਾੜਤ ਅਤੇ ਕਾਨੂੰਨੀ ਮਾਨਤਾ। ਉਹਦੇ ਵਿੱਚ ਦੱਸਿਆ ਗਿਆ ਕਿ ਨਸਲਕੁਸ਼ੀ ਦਾ ਸੰਕਲਪ ਕੀ ਹੈ, ਇਸ ਸ਼ਬਦ ਜੀ ਦੀ ਜੀ ਘਾੜਤ ਕਿਸ ਤਰੀਕੇ ਦੇ ਨਾਲ ਹੋਈ ਹੈ ਤੇ ਇਹਨੂੰ ਕਾਨੂੰਨੀ ਮਾਨਤਾ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਮਿਲੀ ਹੈ। ਜੇਕਰ ਆਪਾਂ ਜਿੱਦਾਂ ਨਸਲਕੁਸ਼ੀ ਜੈਨੋਸਾਈਡ ਦਾ ਹੀ ਇੱਕ ਪੰਜਾਬੀ ਉਲੱਥਾ ਜਿਹੜਾ ਆ ਉਹ ਕੀਤਾ ਗਿਆ, ਤਾਂ ਜੈਨੋਸਾਈਡ ਜੀ ਸ਼ਬਦ ਜਿਹੜਾ ਇਹ 2 ਸ਼ਬਦਾਂ ਦੇ ਮੇਲ ਨਾਲ ਬਣਿਆ, ਇੱਕ ਜੈਨੋਸ ਤੇ ਇੱਕ ਸਾਈਡਮ। ਸਾਈਡਮ ਜਿਹੜਾ ਆ ਉਹ ਅੰਗਰੇਜ਼ੀ ਦੇ ਵਿੱਚ ਲੈਟਿਨ ਦਾ ਸ਼ਬਦ ਹੈ ਵੈਸੇ, ਪਰ ਇਹਨੂੰ ਅੰਗਰੇਜ਼ੀ ਦੇ ਵਿੱਚ ਸਾਈਡ ਦੇ ਤੌਰ ਤੇ ਵਰਤਿਆ ਜਾਂਦਾ, ਜਿੱਦਾਂ ਪੈਸਟੀਸਾਈਡ, ਇਨਸੈਕਟੀਸਾਈਡ, ਸੁਈਸਾਈਡ। ਸੁਈ ਦਾ ਮਤਲਬ ਹੁੰਦਾ ਲੈਟਿਨ ਦੇ ਵਿੱਚ ਮੈਂ, ਸਾਈਡ ਦਾ ਮਤਲਬ ਹੁੰਦਾ ਮਾਰਨਾ, ਸੋ ਆਪਣੇ ਆਪ ਨੂੰ ਮਾਰਨਾ ਸੁਈਸਾਈਡ ਹੋ ਗਿਆ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਜੈਨੋਸ ਆ ਇਹ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਕਿ ਕੋਈ ਮਨੁੱਖੀ ਸਮੂਹ, ਕੋਈ ਨਸਲ, ਕੋਈ ਕੌਮ। ਇਸ ਤਰੀਕੇ ਦੇ ਨਾਲ ਇਸ ਸ਼ਬਦ ਦਾ ਸੰਕਲਪ ਆਇਆ, ਇਹਦੀ ਘਾੜਤ ਹੋਈ ਤੇ ਸੰਕਲਪ ਲਿਆਉਣ ਵਾਲਾ ਵੀ ਜਿਹੜਾ ਵਕੀਲ ਸੀਗਾ ਰੇਫਿਲ ਲੈਮਕਿਨ, ਯਹੂਦੀ ਵਕੀਲ ਸੀਗਾ, ਉਹਨੇ ਵੀ ਇਹ ਗੱਲ ਕਹੀ ਕਿ ਇਹ ਇੱਕ ਹਿਸਟਰੀ ਦੇ ਵਿੱਚ ਬਹੁਤ ਪਹਿਲਾਂ ਤੋਂ ਇਹ ਕ੍ਰਾਈਮ ਚੱਲਦਾ ਆ ਰਿਹਾ ਹੈ, ਪਰ ਅਜੇ ਤੱਕ ਇਸ ਜੀ ਕ੍ਰਾਈਮ ਦਾ ਕੋਈ ਨਾਂ ਨਹੀਂ ਸੀ ਰੱਖਿਆ ਗਿਆ। ਇਹ ਕ੍ਰਾਈਮ ਵਿਦਆਊਟ ਨੇਮ ਸੀਗਾ ਤੇ ਮੈਂ ਮਤਲਬ ਇਹਦਾ ਨਾਂ ਜਿਹੜਾ ਆ ਉਹ ਜੈਨੋਸਾਈਡ ਰੱਖਦਾ। ਫਿਰ 1948 ਦੇ ਵਿੱਚ ਨਸਲਕੁਸ਼ੀ ਦਾ ਸਿਰਫ ਜਿਹੜਾ ਸਰੀਰਕ ਪੱਖ ਹੈ, ਜਿੱਥੇ ਸਰੀਰਕ ਘਾਣ ਹੈ, ਕਤਲੇਆਮ, ਉਹਨੇ ਹਿੱਸੇ ਜੀ ਨੂੰ ਸਰੀਰਕ ਘਾਣ ਦੇ ਮਸਲੇ ਨੂੰ ਹੀ ਕਾਨੂੰਨ ਦੇ ਵਿੱਚ ਮਾਨਤਾ ਦਿੱਤੀ ਗਈ। ਹਾਲਾਂਕਿ ਨਸਲਕੁਸ਼ੀ ਦਾ ਜਿਹੜਾ ਸੰਕਲਪ ਹੈ ਉਹ ਬਹੁਤ ਜ਼ਿਆਦਾ ਵਿਆਪਕ ਹੈ, ਜਿਹਦੇ ਵਿੱਚ ਆਰਥਿਕ ਅਦਾਰਿਆਂ ਦੀ ਤਬਾਹੀ ਕਰਨੀ, ਸਮਾਜਿਕ ਢਾਂਚੇ ਦੀ ਤਬਾਹੀ ਕਰਨੀ, ਨੌਜਵਾਨਾਂ ਨੂੰ ਟਾਰਗੇਟ ਕਰਨਾ, ਕਿਸੇ ਸਮਾਜ ਦੀ ਮੋਰੈਲਿਟੀ ਨੂੰ ਖਤਮ ਕਰਨਾ, ਕਿਸੇ ਸਮਾਜ ਦੇ ਰਾਜਨੀਤਿਕ ਢਾਂਚਿਆਂ ਨੂੰ ਜਰਜਰਾ ਕਰਨਾ, ਭਾਵ ਕਿ ਉਸ ਜੀ ਸਮਾਜ ਦੇ ਜਾਂ ਉਸ ਕੌਮ ਦੇ ਦੀਆਂ ਜੋ ਜੀਵਨ ਬੁਨਿਆਦਾਂ ਨੇ ਉਹਨਾਂ ਨੂੰ ਤਬਾਹ ਕਰਨਾ ਬੇਸਿਕਲੀ ਜੈਨੋਸਾਈਡ ਹੈ। ਤੇ ਉਹਦਾ ਇੱਕ ਪਾਰਟ ਜਿਹੜਾ ਹੈ ਉਹ ਫਿਜ਼ੀਕਲ ਪਰਸੀਕਿਊਸ਼ਨ ਜਾਂ ਸਰੀਰਕ ਘਾਣ ਹੈ, ਪਰ ਕਾਨੂੰਨ ਦੇ ਵਿੱਚ ਜੀ ਹਾਲ ਦੀ ਘੜੀ ਤੱਕ ਜਿਹਨੂੰ ਮਾਨਤਾ ਦਿੱਤੀ ਗਈ ਹੈ ਉਹ ਸਰੀਰਕ ਘਾਣ ਨੂੰ ਦਿੱਤੀ ਗਈ। ਹਾਲਾਂਕਿ ਕਲਚਰਲ ਜੈਨੋਸਾਈਡ ਦੇ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਪਰ ਸੀ, ਪਰ ਥੋੜੀਆਂ ਜੀਆਂ ਵੋਟਾਂ ਕਰਕੇ ਯੂਨਾਈਟਿਡ ਨੇਸ਼ਨਸ ਦੇ ਵਿੱਚੋਂ ਕਲਚਰਲ ਜੈਨੋਸਾਈਡ ਵਾਲਾ ਜਿਹੜਾ ਹਿੱਸਾ ਸੀਗਾ, ਜਦੋਂ ਕਾਨੂੰਨੀ ਮਾਨਤਾ ਹੋਈ ਤੇ ਉਹ ਬਾਹਰ ਰਹਿ ਗਿਆ ਤੇ ਇਹ ਹੁਣ ਵਾਲਾ ਨਸਲਕੁਸ਼ੀ ਦਾ ਰੂਪ ਜਿਹੜਾ ਆ ਉਹ ਸਾਹਮਣੇ ਆਇਆ। ਹੁਣ ਵੀ ਕਾਫੀ ਦੇਸ਼ ਇਸ ਜੀ ਸੰਬੰਧ ਦੇ ਵਿੱਚ ਚਲਾਉਂਦੇ ਆ ਨਸਲਕੁਸ਼ੀ ਦੇ ਬਾਕੀ ਪੱਖ ਹੈਗੇ ਉਹ ਵੀ ਸ਼ਾਮਲ ਹੋਣ। ਆਪਾਂ ਆਮ ਤੌਰ ਤੇ ਮੰਨਦੇ ਆ ਕਿ ਜੂਨ 1984 ਚ ਗੁਰਦੁਆਰਾ ਸਾਹਿਬਾਨ ਤੇ ਹਮਲਾ ਹੋਇਆ ਤੇ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਉੱਪਰ ਹਮਲੇ ਹੋਏ, ਪਰ ਨਵੰਬਰ 1984 ਦੇ ਵਿੱਚ ਵੀ ਜਿੱਥੇ ਹਮਲੇ ਦੀ ਸ਼ੁਰੂਆਤ ਹੋਈ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਕਰਕੇ ਹੀ ਹੋਈ। ਪਹਿਲਾਂ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ, ਉੱਥੇ ਸਾੜ ਫੂਕ ਕੀਤੀ ਗਈ, ਉੱਥੇ ਮਤਲਬ ਜੀ ਘੋਰ ਵਗਿਆ ਜਿਹੜੀ ਆ ਉਹ ਕੀਤੀ ਗਈ ਗੁਰੂ ਮਹਾਰਾਜ ਦੀ, ਤੇ ਉਸ ਤੋਂ ਉਹਦੇ ਨਾਲ ਫਿਰ ਮਤਲਬ ਸਿੱਖਾਂ ਦਾ ਕਤਲੇਆਮ ਜਿਹੜਾ ਆ ਉਹ ਸ਼ੁਰੂ ਹੁੰਦਾ ਰਿਹਾ। ਜਿੱਥੇ ਵੀ ਗੁਰਦੁਆਰਾ ਸਾਹਿਬਾਨ ਸੀਗੇ, ਜਿੱਥੇ ਵੀ ਸਿੱਖ ਰਹਿੰਦੇ ਆ ਤਕਰੀਬਨ ਉੱਥੇ ਗੁਰਦੁਆਰਾ ਸਾਹਿਬ ਹੁੰਦੇ, ਤੇ ਪਹਿਲਾ ਹਮਲਾ ਜਿਹੜਾ ਆ ਉਹ ਨਿਸ਼ਾਨਾ ਗੁਰਦੁਆਰਾ ਸਾਹਿਬ ਨੂੰ ਬਣਾਇਆ ਜਾਂਦਾ ਰਿਹਾ। ਸਿੱਖਾਂ ਦੇ ਘਰਾਂ ਦੀ ਸ਼ਨਾਖਤ ਕਰਨ ਦੇ ਵਾਸਤੇ ਉਹਨਾਂ ਦੇ ਉੱਪਰ ਨਿਸ਼ਾਨ ਜਿਹੜੇ ਆ ਉਹ ਕ੍ਰਾਸ ਦੇ ਨਿਸ਼ਾਨ ਲਾਲ ਰੰਗ ਦੇ ਨਾਲ ਲਗਾਏ ਗਏ ਸੀਗੇ। ਸੋ ਇਹ ਵਿਉਂਤਬੰਦੀ ਦਾ ਹਿੱਸਾ ਸੀਗਾ। ਫਿਰ ਚਿੱਟਾ ਪਾਊਡਰ ਜਿਹੜਾ ਕੈਮੀਕਲ ਵਰਤਿਆ ਗਿਆ ਸੀਗਾ ਕਿ ਉਹ ਜਿਹਦੇ ਉੱਪਰ ਵੀ ਸੁੱਟਦੇ ਸੀਗੇ ਉਹਦਾ ਸਰੀਰ ਸੜਨਾ ਸ਼ੁਰੂ ਹੋ ਜਾਂਦਾ ਸੀ, ਉਹਦਾ ਵੀ ਜ਼ਿਕਰ ਆਉਂਦਾ ਆ, ਵੋਟਰ ਲਿਸਟਾਂ ਦਾ ਜ਼ਿਕਰ ਆਉਂਦਾ ਹੈ। ਸੋ ਜਿੰਨੇ ਵੀ ਇਹ ਪੜਾਅ ਸੀਗੇ ਤੇ ਸਭ ਤੋਂ ਜਿਹੜਾ ਉਹਦਾ ਤੀਸਰਾ ਪਾਰਟ ਹੈ ਉਸ ਲਿਖਤ ਦਾ, ਉਹ ਬਿਲਕੁਲ ਇੱਕ ਡਿਨਾਇਲ ਦੀ ਸਟੇਜ, 8ਵੀਂ ਸਟੇਜ ਦੇ ਉੱਪਰ ਹੀ ਫੋਕਸਡ ਹੈਗਾ ਸਾਰਾ, ਵੀ ਕਿਸ ਤਰੀਕੇ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਨਾਂ ਹੋਰ ਦੇ ਦੇਣੇ, ਵੀ ਇਹਨੂੰ ਕਤਲੇਆਮ ਨਹੀਂ ਸੀਗਾ, ਇਹਨੂੰ ਦੰਗੇ ਕਹੋ, ਫਿਰ ਉਹਨੂੰ ਦਿੱਲੀ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰਨੀ, ਫਿਰ ਜੇ ਅੰਕੜੇ ਜਿਹੜੇ ਆ ਉਹ ਘਟਾ ਕੇ ਪੇਸ਼ ਕਰਨੇ,
FIR ਜਿਹੜਾ ਉਹਨਾਂ ਦੇ ਵਿੱਚ ਗਿਣਤੀ ਬਹੁਤ ਘੱਟ ਆ ਰਹੀ ਹੈ ਸਿੱਖਾਂ ਦੀ। ਜਿਹੜੀ RTI ਦੇ ਤਹਿਤ ਸਰਕਾਰ ਜਾਣਕਾਰੀ ਦੇ ਰਹੀ ਉਹ ਵੱਖਰੀ ਦੇ ਰਹੀ ਹੈ। ਜਿਹੜੀ ਸਰਕਾਰੀ ਤੌਰ ਦੇ ਉੱਪਰ ਮੰਨਿਆ ਜਾ ਰਿਹਾ ਕਿ ਕਿੰਨੇ ਸਿੱਖ ਕਤਲ ਹੋਏ ਦਿੱਲੀ ਦੇ ਵਿੱਚ ਉਹ ਵੱਖਰੇ ਆ ਰਹੇ ਆ। ਜਿਹੜੀ ਸੂਚੀ 1999 ਦੇ ਵਿੱਚ ਸਿੱਖ ਫੋਰਮ ਦੇ ਵੱਲੋਂ ਛਾਪੀ ਗਈ ਸੀਗੀ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ, ਉਹ ਬਿਲਕੁਲ ਹੀ ਵੱਖਰੀ ਆ ਰਹੀ ਆ। ਉਹਦੇ ਚ ਗਿਣਤੀ ਜਿਹੜੀ ਆ ਉਹ ਬਹੁਤ ਵੱਧ ਦੱਸੀ ਗਈ। ਸੋ ਇਹ ਸਾਰੇ ਇਸ ਤਰ੍ਹਾਂ ਦਾ ਕੰਪੈਰੀਜ਼ਨ ਉਸ ਲਿਖਤ ਦੇ ਵਿੱਚ ਹੈਗਾ। ਜੀ ਸੋ ਭਾਈ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਸਰਕਾਰ ਜਾਂ ਫਿਰ ਜਿਹੜੀਆਂ ਧਿਰਾਂ ਹੁੰਦੀਆਂ ਨੇ, ਹਾਕਮ ਧਿਰਾਂ, ਉਹ ਡਿਨਾਇਲ ਦੀ ਕੋਸ਼ਿਸ਼ ਕਰਦੀਆਂ ਨੇ। ਉਹ ਜਿਹੜੀ ਕੋਸ਼ਿਸ਼ ਕਰਦੀਆਂ ਨੇ ਉਹਦਾ ਕੀ ਅਸਰ ਪੈਂਦਾ ਹੈ? ਤੇ ਜੇ ਨਸਲਕੁਸ਼ੀ, ਸਿੱਖ ਕਤਲੇਆਮ ਨੂੰ ਨਸਲਕੁਸ਼ੀ ਐਲਾਨ ਦਿੱਤਾ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ, ਭਾਰਤ ਦੀ ਸਰਕਾਰ ਵੱਲੋਂ ਵੀ, ਤੇ ਫਿਰ ਉਹਦਾ ਨਤੀਜਾ ਕੀ ਹੋਊਗਾ? ਯਾਨੀ ਕਿ ਉਹਦਾ ਅਸਰ ਕੀ ਹੋਊਗਾ, ਉਹਦੇ ਨਾਲ ਇੰਪੈਕਟ ਕੀ ਪੈਂਦਾ ਹੈ? ਦੇਖੋ, ਇੱਕ ਤਾਂ ਇਸ ਸੰਬੰਧ ਦੇ ਵਿੱਚ ਬੜੀ ਮਹੱਤਵਪੂਰਨ ਗੱਲ ਸਮਝਣ ਵਾਲੀ ਹੈਗੀ ਕਿ ਦੁਨੀਆ ਦੇ ਦੋ ਵੱਡੇ ਜੁਰਮ ਨੇ। ਇੱਕ ਨੂੰ ਕਿਹਾ ਜਾਂਦਾ ਹੈ ਜੈਨੋਸਾਈਡ, ਦੂਸਰੇ ਨੂੰ ਕਿਹਾ ਜਾਂਦਾ ਹੈ ਕ੍ਰਾਈਮ ਅਗੇਂਸਟ ਹਿਊਮੈਨਿਟੀ ਜਾਂ ਮਨੁੱਖਤਾ ਦੇ ਖਿਲਾਫ ਜੁਰਮ। ਇਹ ਦੋਵੇਂ ਹੀ ਜਿਹੜੇ ਜੁਰਮ ਆ ਉਹ ਇੰਡੀਅਨ ਕਾਨੂੰਨ ਦੇ ਮੁਤਾਬਕ ਕੋਈ ਜੁਰਮ ਨਹੀਂ ਹੈਗੇ। ਉਹਦਾ ਸਿੰਪਲ ਕਾਰਨ ਇਹ ਹੈਗਾ, ਇੰਡੀਆ ਦੇ ਵਿੱਚ ਕੋਈ ਵੀ ਐਸਾ ਕਾਨੂੰਨ ਨਹੀਂ ਹੈ ਜਿਹੜਾ ਡਿਫਾਈਨ ਕਰਦਾ ਹੋਵੇ ਕਿ ਜੈਨੋਸਾਈਡ ਕੀ ਹੈ, ਉਹਦੀ ਮਨਾਹੀ ਕਰਦਾ ਹੋਵੇ ਤੇ ਉਹਦੇ ਵਾਸਤੇ ਸਜ਼ਾ ਦਿੰਦਾ ਹੋਵੇ। ਜਿਹੜੀ ਤੁਸੀਂ ਗੱਲ ਕੀਤੀ ਕਿ ਮਾਨਤਾ ਦੇ ਨਾਲ ਫਰਕ ਕੀ ਪੈਂਦਾ ਆ, ਜੇਕਰ ਤਾਂ ਦੇਖੋ ਆਪਾਂ ਕਾਨੂੰਨੀ ਪੱਖ ਤੋਂ ਗੱਲ ਕਰਦੇ ਆ ਤਾਂ ਕਾਨੂੰਨੀ ਪੱਖ ਤੋਂ ਇਹ ਫਰਕ ਪੈਂਦਾ ਕਿ ਜਿਹੜਾ ਨਸਲਕੁਸ਼ੀ ਦਾ ਜੁਰਮ ਹੈ ਇਹ ਇੰਟਰਨੈਸ਼ਨਲ ਜੁਰਿਸਡਿਕਸ਼ਨ ਦਾ ਜੁਰਮ ਹੈ। ਆਮ ਜੁਰਮ ਹੁੰਦਾ ਕਿ ਜਿਹੜੇ ਦੇਸ਼ ਦੇ ਵਿੱਚ ਜੁਰਮ ਵਾਪਰਿਆ ਹੋਵੇ ਜਾਂ ਜਿਹੜੇ ਦੇਸ਼ ਦੇ ਨਾਗਰਿਕ ਇਨਵੋਲਵ ਹੋਣ, ਉਹਨਾਂ ਦੀ ਹੀ ਜੁਰਿਸਡਿਕਸ਼ਨ ਬਣਦੀ ਹੈ ਕਿ ਉਹੀ ਉਹਦਾ ਮੁਕੱਦਮਾ ਜਿਹੜਾ ਹੈ ਉਹ ਚਲਾ ਸਕਦੇ ਆ। ਜੇ ਮੰਨ ਲਓ ਕਿ ਪੰਜਾਬ ਦੇ ਕਿਸੇ ਸੂਬੇ ਦੇ ਜ਼ਿਲ੍ਹੇ ਦੇ ਵਿੱਚ ਕਤਲ ਹੋਇਆ ਤੇ ਉੱਥੋਂ ਦੀ ਜਿਹੜੀ ਸੈਸ਼ਨ ਕੋਰਟ ਆ ਉਹੀ ਉਹਦਾ ਕੇਸ ਚਲਾ ਸਕਦੀ, ਹੋਰ ਕਿਤੇ ਕਰਨਾਟਕ ਜਾਂ ਦੂਸਰੀ ਥਾਂ ਦੇ ਉੱਪਰ ਉਹਦਾ ਮੁਕੱਦਮਾ ਜਿਹੜਾ ਉਹ ਦਰਜ ਜਾ ਸਕਦਾ। ਪਰ ਜਿਹੜਾ ਜੈਨੋਸਾਈਡ ਹੈ ਇਹਦਾ ਮੁਕੱਦਮਾ ਦੁਨੀਆ ਦੇ ਵਿੱਚ ਕਿਤੇ ਵੀ ਦਰਜ ਹੋ ਸਕਦਾ, ਜੇਕਰ ਜਿੱਦਾਂ ਬਹੁਤ ਸਾਰੇ ਮੁਲਕਾਂ ਦੇ ਕਾਨੂੰਨ ਹੈਗੇ ਨੇ, ਜਿਸ ਤਰ੍ਹਾਂ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਵਾਰ ਕ੍ਰਾਈਮਸ ਤੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਦਾ ਲਾ ਹੈਗਾ ਆ, ਜੈਨੋਸਾਈਡ ਵੀ ਉਹਦੇ ਵਿੱਚ ਸ਼ਾਮਲ ਹੈ। ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਕਿ ਜਿੱਥੇ ਵੀ ਨਸਲਕੁਸ਼ੀ ਦਾ ਜੇਕਰ ਕੋਈ ਵੀ ਦੋਸ਼ੀ ਕੈਨੇਡਾ ਦੇ ਵਿੱਚ ਪਾਇਆ ਜਾਂਦਾ ਹੈ ਤੇ ਉਸ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੈਨੇਡਾ ਦੇ ਵਿੱਚ ਜੈਨੋਸਾਈਡ ਦਾ ਮੁਕੱਦਮਾ ਜਿਹੜਾ ਆ ਉਹ ਚਲਾਇਆ ਜਾ ਸਕਦਾ। ਤੁਹਾਨੂੰ ਯਾਦ ਹੋਊਗਾ ਕਿ ਜਦੋਂ ਕਮਲਨਾਥ ਨੇ ਕੈਨੇਡਾ ਦੇ ਵਿੱਚ ਜਾਣਾ ਸੀਗਾ, ਉੱਥੇ ਕਾਫੀ ਜ਼ਿਆਦਾ ਸਿੱਖਾਂ ਦੇ ਵੱਲੋਂ ਤਰੱਦਦ ਕੀਤਾ ਗਿਆ। 2010 ਦੀ ਗੱਲ ਹੈਗੀ, ਉਸ ਸਮੇਂ ਮੈਂ ਇੱਕ ਲਿਖਤ ਵੀ 2 ਭਾਗਾਂ ਦੇ ਵਿੱਚ ਜਿਹੜੀ ਆ ਉਹ ਅਜੀਤ ਅਖਬਾਰ ਦੇ ਵਿੱਚ ਛਪੀ ਸੀਗੀ ਕਿ ਕਿਉਂ ਇਹ ਸਟੈਪ ਜਿਹੜੇ ਆ ਉਹ ਮਹੱਤਵਪੂਰਨ ਹੈਗੇ ਆ। ਉਹ ਕਮਲਨਾਥ ਨੂੰ ਆਪਣਾ ਜਿਹੜਾ ਦੌਰਾ ਸੀਗਾ ਉਹ ਰੱਦ ਕਰਕੇ ਵਾਪਸ ਪਰਤਣਾ ਪਿਆ ਸੀਗਾ, ਕਿਉਂਕਿ ਉਹਨੂੰ ਇਹ ਲੱਗਿਆ ਕਿ ਜੇ ਮੈਂ ਉੱਥੇ ਜਾਣਾ, ਇਹ ਪੇਸ਼ਕਦਮੀ ਕਰ ਰਹੇ ਆ। ਕੁਝ ਇੱਕ ਗਵਾਹ ਵੀ ਸੀਗੇ ਉੱਥੇ ਕੈਨੇਡਾ ਦੇ ਵਿੱਚ ਮੌਜੂਦ ਜਿਹੜੇ ਕਹਿੰਦੇ ਅਸੀਂ ਇਹਨੂੰ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਜਦੋਂ ਇਹ ਭੀੜਾਂ ਦੀ ਅਗਵਾਈ ਕਰ ਰਿਹਾ ਸੀਗਾ ਸਿੱਖਾਂ ਦੇ ਕਤਲੇਆਮ ਦੇ ਵਾਸਤੇ, ਉਹਨੂੰ ਮਤਲਬ ਉੱਥੋਂ ਵਾਪਸ ਦੌੜਨਾ ਪਿਆ ਤੇ ਉਹਨੂੰ ਦੌਰਾ ਜਿਹੜਾ ਉਹ ਰੱਦ ਕਰਨਾ ਪਿਆ। ਦੂਜੀ ਗੱਲ ਇਹ ਹੁੰਦੀ ਹੈ ਜੀ ਕਿ ਜੇਕਰ ਤੁਸੀਂ ਜਿੱਦਾਂ ਜੈਨੋਸਾਈਡ ਪ੍ਰੀਵੈਂਸ਼ਨ ਦੇ ਬਾਰੇ ਦੇ ਵਿੱਚ ਪੜ੍ਹੋ, ਉਹਦੇ ਵਿੱਚ ਉਹ ਇਹ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਆ ਕਿ ਜਿੰਨੀ ਦੇਰ ਤੱਕ ਤੁਸੀਂ ਮਾਨਤਾ ਨਹੀਂ ਦਿੰਦੇ ਕਿ ਜੁਰਮ ਵਾਪਰਿਆ, ਜੇਕਰ ਉਹਨੂੰ ਮਾਨਤਾ ਨਾ ਦੇਣਾ ਨਸਲਕੁਸ਼ੀ ਦੇ ਜੁਰਮ ਨੂੰ, ਉਸ ਜੁਰਮ ਦੇ ਦੁਬਾਰਾ ਵਾਪਰਨ ਨੂੰ ਸੱਦਾ ਦੇਣ ਦੇ ਬਰਾਬਰ ਮੰਨਿਆ ਜਾਂਦਾ। ਜਿੰਨੀ ਵੀ ਸਕਾਲਰਸ਼ਿਪ ਆ ਉਹ ਇਸ ਗੱਲ ਦੇ ਉੱਪਰ ਸਹਿਮਤ ਆ ਕਿ ਜੇ ਤੁਸੀਂ ਮਾਨਤਾ ਨਹੀਂ ਦਿੰਦੇ ਇਹਦਾ ਮਤਲਬ ਤੁਸੀਂ ਰਾਹ ਖੁੱਲਾ ਛੱਡ ਰਹੇ ਆ ਕਿ ਦੁਬਾਰਾ ਵਾਪਰੇ। ਤੁਸੀਂ ਉਸ ਦੋਸ਼ੀ ਧਿਰ ਦੀ ਸ਼ਨਾਖਤ ਨਹੀਂ ਕਰ ਰਹੇ ਕਿ ਉਹ ਧਿਰ ਆ ਜਿਹਨੇ ਬੀਤੇ ਦੇ ਵਿੱਚ ਜੈਨੋਸਾਈਡ ਕੀਤਾ ਆ, ਜਿੰਨੇ ਬੀਤੇ ਦੇ ਵਿੱਚ ਕੀਤਾ ਹੈ ਉਹ ਭਵਿੱਖ ਦੇ ਵਿੱਚ ਵੀ ਕਰ ਸਕਦਾ ਜੇਕਰ ਉਹਨੂੰ ਨਹੀਂ ਰੋਕਿਆ ਜਾਂਦਾ। ਸੋ ਇਸ ਕਰਕੇ ਜਿਹੜੀ ਮਾਨਤਾ ਆ ਉਹ ਅਹਿਮ ਹੈ ਤੇ ਇਹ ਗੱਲ ਦੇ ਲਈ ਜਿੰਨਾ ਵੀ ਸਾਡਾ ਹਿਜਰਤੀ ਭਾਈਚਾਰਾ ਹੈਗਾ, ਵਿਦੇਸ਼ਾਂ ਦੇ ਵਿੱਚ ਰਹਿੰਦੇ ਸਿੱਖ ਨੇ, ਉਹ ਸਾਰੇ ਉਹਨਾਂ ਦੇ ਸਿਰੜ ਨੂੰ ਸਲਾਮ ਬਣਦੀ ਹੈ, ਜਿਨ੍ਹਾਂ ਨੇ ਬਹੁਤ ਔਖੇ ਹਾਲਾਤ ਦੇ ਵਿੱਚ ਇੰਡੀਆ ਨੇ ਕਈ ਵਾਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ। ਮੇਰੀ ਜਾਣਕਾਰੀ ਦੇ ਵਿੱਚ ਵੀ ਹੈ ਕਿ ਜਿੱਥੇ ਉਹਨਾਂ ਨੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ, ਬੜੇ ਵੱਡੇ ਪੱਧਰ ਦੇ ਉੱਪਰ ਜ਼ੋਰ ਲਾਇਆ, ਝੂਠੀਆਂ ਜਾਣਕਾਰੀਆਂ ਵੀ ਫੈਲਾਈਆਂ, ਪਰ ਉਹ ਸਾਰੇ ਦੇ ਬਾਵਜੂਦ ਉਹਨਾਂ ਨੇ ਜਿਹੜਾ ਹੈ ਉਹ ਬੜੇ ਵੱਡੇ ਪੱਧਰ ਦੇ ਉੱਪਰ ਮਾਨਤਾ, ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ 48-50 ਦੇ ਕਰੀਬ ਦਸਤਾਵੇਜ਼ ਹੈਗੇ ਨੇ ਜਿਹੜੇ ਅਸੀਂ ਆਪਣੀ ਕਿਤਾਬ ਦੇ ਵਿੱਚ ਪਿੱਛੇ ਪ੍ਰਕਾਸ਼ਿਤ ਕੀਤੇ ਆ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਪਰ
ਜੈਨੋਸਾਈਡ ਡੇ ਤੇ ਸਿੱਖ ਜੈਨੋਸਾਈਡ ਮੰਥ ਕਾਫੀ ਮਨਾਇਆ। ਵੱਡੀ ਗਿਣਤੀ ਦੇ ਵਿੱਚ ਦਸਤਾਵੇਜ਼ ਨੇ ਜਿਹੜੇ ਉਹ ਦਿੱਤੇ ਨੇ ਔਰ ਉਹਨਾਂ ਦੇ ਵਿੱਚ ਸ਼ੁਰੂਆਤ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਹੁੰਦੀ ਹੈ। 40 ਤੋਂ ਵੱਧ ਦਸਤਾਵੇਜ਼ ਨੇ ਜਿੱਥੇ ਵਿਦੇਸ਼ਾਂ ਦੇ ਵਿੱਚ ਦਿੱਲੀ ਵਿਧਾਨ ਸਭਾ ਵੀ ਇਹਦੇ ਵਿੱਚ ਆਉਂਦੀ ਹੈ। ਰਣਜੀਤ ਸਿੰਘ ਜੀ, ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਇਹ ਜਿਹੜੀ ਸੂਚੀ ਹੈ ਇਹਦੇ ਵਿੱਚ ਕਿਤੇ ਵੀ ਪੰਜਾਬ ਦਾ ਨਾਮ ਨਹੀਂ ਦਿਖਦਾ। ਪੰਜਾਬ ਵਿਧਾਨ ਸਭਾ ਦੇ ਵਿੱਚ ਕਦੇ ਵੀ ਨਸਲਕੁਸ਼ੀ ਇਸ ਕਤਲੇਆਮ ਨੂੰ ਨਹੀਂ ਐਲਾਨਿਆ ਗਿਆ, ਕਦੇ ਮੰਗ ਦੀ ਵੀ ਕੋਈ ਵੱਡੇ ਪੱਧਰ ਤੇ ਦਿਖਾਈ ਨਹੀਂ ਦਿੱਤੀ। ਇਹ ਅਜਿਹਾ ਕਿਉਂ ਹੈ? ਦੇਖੋ, ਸਾਡੇ ਲਈ ਤਾਂ ਸਰਵਉੱਚ ਜਿਹੜੀ ਸੰਸਥਾ ਹੈਗੀ ਹੈ ਸਿੱਖਾਂ ਵਾਸਤੇ ਉਹ ਹੈਗੀ ਹੈ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ। ਤਾਂ ਜਦੋਂ ਅਕਾਲ ਤਖਤ ਸਾਹਿਬ ਨੇ ਆਪਣਾ ਸਾਡੇ ਲਈ ਆਦੇਸ਼ ਜਾਰੀ ਕਰਤਾ ਤੇ ਸਭ ਤੋਂ ਪਹਿਲਾ ਜਿਹੜਾ ਆਦੇਸ਼ ਹੈ ਤਾਂ ਉੱਥੋਂ ਜਾਰੀ ਹੋਇਆ ਤੇ ਉਸ ਤੋਂ ਬਾਅਦ ਦੁਨੀਆ ਦੇ ਏਡੇ ਵੱਡੇ ਪੱਧਰ ਦੇ ਉੱਤੇ ਇਹ ਗੱਲ ਚੱਲੀ ਤੇ ਉੱਥੋਂ ਇੰਨੇ ਮਤੇ ਨੇ ਜਿਹੜੇ ਪਾਸ ਲਗਾਤਾਰ ਹੋ ਰਹੇ ਨੇ ਤੇ ਲਗਾਤਾਰ ਸਿੱਖ ਉਦਮ ਕਰ ਰਹੇ ਨੇ। ਤੇ ਇਹਦਾ ਹੁਣ ਸਿੱਖਾਂ ਦੇ ਜਿਹੜੇ ਪੰਜਾਬ 'ਚ ਵਸਦੇ ਪੋਲਿਟਿਕਸ ਨੇ, ਰਾਜਨੀਤੀ ਕਰਦੇ ਨੇ ਜਾਂ ਰਾਜਨੀਤੀ ਕਰਨ ਵਾਲੇ ਨੇ, ਇਹ ਤਾਂ ਉਹਨਾਂ ਨੂੰ ਚਾਹੀਦਾ ਵੀ ਸਾਨੂੰ ਇਹ ਉਦਮ ਕਰਨਾ ਚਾਹੀਦਾ। ਪਰ ਮੈਨੂੰ ਲੱਗਦਾ ਵੀ ਸਿੱਖਾਂ ਦੀ ਇਸ ਗੱਲ ਦੇ ਵਿੱਚ ਸਹਿਮਤੀ ਹੈਗੀ ਹੈ ਤੇ ਉਹ ਇਹ ਗੱਲ ਮੰਨਦੇ ਨੇ ਵੀ ਜੋ ਆਦੇਸ਼ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਹੋ ਗਿਆ ਉਹਦੇ ਤੋਂ ਬਾਅਦ ਸਿੱਖਾਂ ਦੀ ਕਿਸੇ ਵਿਧਾਨ ਸਭਾ 'ਚ ਪਾਸ ਹੋਵੇ ਨਾ ਹੋਵੇ ਇਸ ਗੱਲ ਦੀ ਅਹਿਮੀਅਤ ਨਹੀਂ ਰਹਿੰਦੀ। ਸੋ ਪਰ ਇੱਥੇ ਭਾਈ ਸਾਹਿਬ ਇੱਕ ਸਵਾਲ ਤਾਂ ਉੱਠਦਾ ਹੈ ਨਾ ਕਿ ਪੰਜਾਬ ਹੋਵੇ, ਪੰਜਾਬ ਦੀ ਵਿਧਾਨ ਸਭਾ ਹੋਵੇ, ਉਹਦੇ ਵਿੱਚ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ MLA ਮੰਤਰੀ ਸਾਰੇ ਸਿੱਖ ਦਿੱਖ ਵਾਲੇ ਹੁੰਦੇ ਨੇ, ਸਿੱਖ ਹੁੰਦੇ ਨੇ। ਸੋ ਇਸ ਵਿਧਾਨ ਸਭਾ ਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਨਾ ਜਿਹੜਾ ਹੈਗਾ ਉਹ ਸਿੱਧ ਕਰਨਾ ਇੱਕ ਆਪਦੇ ਦੇ ਵਿੱਚ ਇੱਕ ਨਲਾਇਕੀ ਕਹਿ ਸਕਦੇ ਹਾਂ। ਕਿਉਂ ਨਹੀਂ, ਕਿਉਂ ਜ਼ਰੂਰੀ ਕਿਉਂ ਨਹੀਂ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਨਸਲਕੁਸ਼ੀ ਸਿੱਧ ਕਰਨਾ? ਦੇਖੋ, ਉਸ ਸੰਬੰਧ ਦੇ ਵਿੱਚ ਇਹ ਹੈਗਾ ਕਿ ਪੰਜਾਬ ਵਿਧਾਨ ਸਭਾ ਦੀ ਜਿਹੜੀ ਹੈਸੀਅਤ ਹੈ ਔਰ ਇੱਥੋਂ ਦੇ ਪੰਜਾਬ ਦੇ ਸਿਆਸਤਦਾਨਾਂ ਦੀ ਜਿਹੜੀ ਹੈਸੀਅਤ ਆ ਇਸ ਇੰਡੀਅਨ ਪਾਰਲੀਮੈਂਟਰੀ ਪੋਲੀਟੀਕਲ ਸਿਸਟਮ ਦੇ ਵਿੱਚ, ਉਹ ਆਪਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਕਿ ਇੱਕ ਤਾਂ ਇਹ ਹੈਗਾ ਕਿ ਬਿਲਕੁਲ ਜਿਸ ਤਰ੍ਹਾਂ ਸੂਬੇਦਾਰੀ ਦਾ ਨਿਜ਼ਾਮ ਪਹਿਲਾਂ ਹੁੰਦਾ ਸੀਗਾ ਕਿ ਇੱਕ ਦਿੱਲੀ ਦਰਬਾਰ ਦੇ ਵਿੱਚ, ਚਾਹੇ ਉਹ ਮੁਗਲ ਦਰਬਾਰ ਸੀਗਾ, ਚਾਹੇ ਹੋਰ ਵੀ ਰਹੇ ਆ, ਅੰਗਰੇਜ਼ਾਂ ਦਾ ਸ਼ਾਸਨ ਵੀ ਰਿਹਾ, ਤੇ ਉਹ ਮਤਲਬ ਆਪਣੇ ਸੂਬੇਦਾਰ ਜਾਂ ਗਵਰਨਰ ਜਿਹੜੇ ਆ ਉਹ ਅਪਾਇੰਟ ਕਰਦੇ ਸੀ। ਇਹ ਲਾ ਪਾ ਕੇ ਉਹੀ ਸਾਰਾ ਸਿਸਟਮ ਹੈਗਾ। ਸੋ ਉਹਦੇ ਵਿੱਚ ਜਦੋਂ ਪ੍ਰਮੁੱਖ ਹਾਕਮ ਧਿਰ ਹੈ ਜਿਹੜਾ ਦਰਬਾਰ ਹੈ, ਜਦੋਂ ਉਹੀ ਇਸ ਗੱਲ ਦੇ ਉੱਪਰ ਸਹਿਮਤ ਨਹੀਂ ਹੈਗਾ, ਉਹ ਮੁਨਕਰ ਹੋ ਰਿਹਾ ਇਸ ਗੱਲ ਤੋਂ, ਉਹਦੇ ਅਪਾਇੰਟ ਕੀਤੇ ਹੋਏ ਜਿਹੜੇ ਸੂਬੇਦਾਰ ਆ ਉਹ ਇੰਨੀ ਜ਼ਰੂਰਤ ਜਿਹੜੀ ਆ ਉਹ ਕਿੱਥੋਂ ਕਰ ਸਕਦੇ। ਦੂਸਰੀ ਗੱਲ ਜਿਹੜੀ ਹੈਗੀ ਸਰਦਾਰ ਜਰਨੈਲ ਸਿੰਘ ਹੋਣਾ ਵਾਲੇ ਮਸਲੇ ਦੇ, ਤੁਸੀਂ ਦੇਖੋਗੇ ਉਹਨਾਂ ਨੇ ਉਹ ਪਾਸ ਤਾਂ ਕਰਵਾ ਲਿਆ, ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਪੋਲੀਟੀਕਲ ਕੈਰੀਅਰ ਨੂੰ ਕਿਸ ਤਰੀਕੇ ਦੇ ਨਾਲ ਮਿੱਥ ਕੇ ਡੀਰੇਲ ਕੀਤਾ ਗਿਆ, ਉਹ ਵੀ ਗੱਲ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਹੈਗੀ ਹੈ। ਕਿਉਂਕਿ ਉਦੋਂ ਵੀ ਜਦੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਔਰ ਖਾਸ ਕਰਕੇ ਜਦੋਂ ontario ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਇਆ ਜਿਹਦੇ ਉਹਨਾਂ ਦੇ ਤੇ ਹਰਿੰਦਰ ਮੱਲੀ ਹੋਣਾ ਦਾ ਕਾਫੀ ਪ੍ਰਮੁੱਖ ਭੂਮਿਕਾ ਉਹਦੇ ਵਿੱਚ ਸੀਗੀ। ਸੋ ਉਦੋਂ ਜਦੋਂ ਸਾਰਾ ਮਸਲਾ ਉੱਠਿਆ ਤਾਂ ਉਦੋਂ ਸਰਦਾਰ ਜਰਨੈਲ ਸਿੰਘ ਫਰਕ ਕਰਕੇ ਸਾਨੂੰ ਇਹ ਗੱਲ ਦੱਸੀ, ਉਹ ਕਹਿੰਦੇ ਕਿ ਇਹ ਮਤਾ ਅਸੀਂ ਇਹਦੇ ਨਾਲ ਦਾ ਜਿਹੜਾ ਮੋਸ਼ਨ ਹੈ ਉਹ ਦਿੱਲੀ ਵਿਧਾਨ ਸਭਾ ਦੇ ਵਿੱਚ ਵੀ ਪਾਸ ਕਰਵਾਇਆ। ਉਦੋਂ ਉਹਨਾਂ ਨੇ ਸਾਰੀ ਗੱਲ ਦੱਸੀ। ਉਹ ਕਹਿੰਦੇ ਜਦੋਂ ਡਰਾਫਟ ਹੋਇਆ ਸੀਗਾ ਤਾਂ ਮੈਂ ਉਹਦੇ ਵਿੱਚ ਜੈਨੋਸਾਈਡ ਸ਼ਬਦ ਪਵਾਇਆ। ਕਹਿੰਦੇ ਮੇਰੇ ਤੇ ਪੂਰਾ ਇਸ ਗੱਲ ਦਾ ਪ੍ਰੈਸ਼ਰ ਪਵਾਇਆ ਗਿਆ। ਈਵਨ ਮਤਲਬ ਕੇਜਰੀਵਾਲ ਨੇ ਵੀ ਉਹਨਾਂ ਨੇ ਇਹ ਗੱਲ ਡਿਸਕਲੋਜ਼ ਕੀਤੀ ਵੀ ਉਹਨੇ ਵੀ ਬੁਲਾ ਕੇ ਇਹ ਗੱਲ ਕਹੀ ਵੀ ਤੁਸੀਂ ਇਸ ਤਰ੍ਹਾਂ ਕਰੋ ਜੀ, ਇਹਦੇ ਵਿੱਚ ਕਾਰਨੇਜ ਲਫ਼ਜ਼ ਲਿਖ ਦਿਓ, ਮੈਸੈਕਰ ਲਿਖ ਦਿਓ, ਕੁਝ ਵੀ ਲਿਖ ਦਿਓ, ਵੀ ਜੈਨੋਸਾਈਡ ਲਫ਼ਜ਼ ਜਿਹੜਾ ਆ ਇਹ ਕੱਢ ਦਿਓ। ਪਰ ਉਸ ਸਮੇਂ ਆਮ ਆਦਮੀ ਪਾਰਟੀ ਦੇ ਵਫਾਦ ਵੀ ਕੁਝ ਇਸ ਤਰ੍ਹਾਂ ਦੇ ਸੀਗੇ, ਉਹ ਕਹਿੰਦੇ ਵੀ ਮੈਂ ਇਸ ਗੱਲ ਦੇ ਉੱਪਰ ਸਟੈਂਡ ਲਿਆ ਕਿ ਨਹੀਂ, ਇਹ ਗੱਲ ਆਪਾਂ ਰੱਖਾਂਗੇ। ਉਹਨਾਂ ਨੂੰ ਵੀ ਪਤਾ ਸੀਗਾ, ਆਪਾਂ ਨੂੰ ਪਤਾ ਹੈ ਕਿ ਪਹਿਲੀ ਜਦੋਂ ਉਹਨਾਂ ਨੇ ਪੰਜਾਬ ਦੇ ਵਿੱਚ ਅਟੈਂਪਟ ਲਈ ਤਾਂ ਉਹਨਾਂ ਨੇ ਸਿੱਖਾਂ ਦੇ ਉੱਪਰ ਬੜੀ ਵੱਡੀ ਟੇਕ ਰੱਖਦੇ ਸੀਗੇ। ਸੋ ਉਹ ਸਾਰੇ ਹਾਲਾਤ ਦੇ ਮੱਦੇਨਜ਼ਰ ਉਹ ਮਤਾ ਜਿਹੜਾ ਉਹ ਪਾਸ ਹੋ ਗਿਆ। ਪਰ ਉਹਦੀ ਕਿਤੇ ਵੀ ਨਾ ਇੰਡੀਅਨ ਮੀਡੀਆ ਦੇ ਵਿੱਚ ਨਾ ਕਿਤੇ ਆਮ ਆਦਮੀ ਪਾਰਟੀ ਦੇ ਸਰਕਲਸ ਨੇ ਕਦੀ ਵੀ ਉਸ ਗੱਲ ਦੀ ਕਿਤੇ ਚਰਚਾ ਨਹੀਂ ਸੀ ਕੀਤੀ। ਮਤਲਬ ਮੈਂ ਤੁਹਾਡੇ ਨਾਲ ਗੱਲ ਕਰਦੇ ਗੱਲ ਐਡਮਿਟ ਕਰਦਾ ਕਿ ਜਿੰਨੀ ਦੇਰ ਤੱਕ ontario ਵਿਧਾਨ ਸਭਾ ਵਾਲਾ ਮਸਲਾ ਨਹੀਂ ਸੀ ਉੱਠਿਆ ਤੇ ਜਿੰਨੀ ਦੇਰ ਤੱਕ ਸਰਦਾਰ ਜਰਨੈਲ ਸਿੰਘ ਉਹਨਾਂ ਨੇ ਫੋਨ ਕਰਕੇ ਨਹੀਂ ਸੀ ਦੱਸਿਆ, ਮੈਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀਗੀ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਇਸ ਤਰੀਕੇ ਦੇ ਨਾਲ ਉਹ ਜੈਨੋਸਾਈਡ ਦਾ ਜਿਹੜਾ ਮੋਸ਼ਨ ਹੈ ਉਹ ਪ੍ਰਵਾਨ ਹੋਇਆ। ਸੋ ਇਹ ਸਾਰੇ ਹਾਲਾਤ ਨੇ। ਪੰਜਾਬ ਦੇ ਵਿੱਚ ਕੋਈ ਵੀ ਇੰਨੀ ਜ਼ਰੂਰਤ ਵਾਲਾ ਪੋਲੀਟੀਸ਼ੀਅਨ ਨਹੀਂ ਹੈਗਾ ਕਿ ਜਿਹੜਾ ਮਤਾ ਲੈ ਕੇ ਆ ਸਕੇ। ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕਦੇ ਉਸ ਪੱਧਰ ਤੇ ਮੰਗ ਮੈਨੂੰ ਲੱਗਦਾ ਹੈ ਉੱਠਦੀ ਦੇਖੀ ਨਹੀਂ ਹੈ। ਕਿਸੇ ਵੀ ਸਿੱਖ ਸ਼ਖਸੀਅਤ ਦੇ ਵੱਲੋਂ, ਸਿੱਖ ਲੀਡਰ ਦੇ ਵੱਲੋਂ, ਪੰਥਕ ਲੀਡਰ ਦੇ ਵੱਲੋਂ ਵੀ ਕੋਈ ਐਡੀ ਵੱਡੀ ਮੰਗ ਮੈਨੂੰ ਲੱਗਦਾ ਨਹੀਂ ਰੱਖੀ ਗਈ ਕਿ ਉਹ ਪ੍ਰੈਸ਼ਰਾਈਜ਼ ਕਰਨ ਪੰਜਾਬ ਵਿਧਾਨ ਸਭਾ ਦੇ ਜਿਹੜੇ ਹੈਗੇ ਨੇ MLAs ਕਿ ਤੁਸੀਂ ਇਹ ਕੰਮ ਕਰੋ, ਮੰਤਰੀਆਂ ਨੂੰ ਕਹਿਣ। ਇਹ ਇੱਥੇ ਵੀ ਮੈਨੂੰ ਲੱਗਦਾ ਥੋੜੀ ਕਮੀ ਹੈਗੀ ਹੈ।
ਦੇਖੋ, ਜੇ ਤਾਂ ਆਪਾਂ ਬਿਲਕੁਲ ਪੰਥਕ ਹਿੱਸਿਆਂ ਦੀ ਗੱਲ ਕਰਦੇ ਆ ਤੇ ਉਹ ਜਿਹੜੀ ਗੱਲ ਰਣਜੀਤ ਸਿੰਘ ਹੋਣਾ ਨੇ ਕਹੀ, ਉਹ ਪ੍ਰਮੁੱਖਤਾ ਜਿਹੜੀ ਆ ਉਹ ਇਸ ਗੱਲ ਨੂੰ ਸਿਧਾਂਤਕ ਰੂਪ ਦੇ ਵਿੱਚ ਦਿੰਦੇ ਆ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਹੋ ਗਈ ਤਾਂ ਸਾਡੇ ਲਈ ਅਕਾਲ ਤਖਤ ਸਾਹਿਬ ਤੋਂ ਉੱਪਰ ਨਹੀਂ ਹੈ, ਹਨਾ। ਦੂਸਰਾ ਇਹ ਹੈ ਕਿ ਜਿੰਨਾ ਸਾਰਾ ਤਜਰਬਾ ਵੀ ਹੈਗਾ, ਚਾਹੇ ਉਹ ਜਿੰਨੇ ਵੀ ਸਿੱਖਾਂ ਦੇ ਪੋਲੀਟੀਕਲ ਮਸਲੇ ਪੰਜਾਬ ਦੇ ਵਿੱਚ ਉੱਠਦੇ ਆ, ਬਿਲਕੁਲ ਜਾਇਜ਼ ਮਸਲਾ ਜਿਹੜਾ ਬੰਦੀ ਸਿੰਘਾਂ ਦਾ ਮਸਲਾ ਹੈਗਾ, ਉਹਦੇ ਬਾਰੇ ਦੇ ਵਿੱਚ ਵੀ ਬਹੁਤ ਸਾਰਾ ਇਸ ਤਰ੍ਹਾਂ ਦਾ ਤਜਰਬਾ ਹੈਗਾ ਆ। ਸੋ ਮੈਨੂੰ ਲੱਗਦਾ ਹੈ ਕਿ ਬਹੁਤੇ ਤਾਂ ਇਸ ਗੱਲ ਕਰਕੇ ਵੀ ਨਹੀਂ ਕਰਦੇ ਕਿ ਇਹਨਾਂ ਦੀ ਹੈਸੀਅਤ ਇਸ ਪੱਧਰ ਦੀ ਨਹੀਂ ਹੈਗੀ ਕਿ ਇੱਥੋਂ ਤੱਕ ਜਾ ਸਕਣ। ਜਿੱਥੋਂ ਤੱਕ ਇੱਕ ਗੱਲ ਇਹ ਜ਼ਰੂਰ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਦਾਇਰਾ ਆ ਉਹ ਇਕੱਲੇ ਪੰਥਕ ਦਾਇਰੇ ਤੱਕ ਤਾਂ ਸੀਮਤ ਹੈ ਨਹੀਂ। ਉਸ ਤੋਂ ਇਲਾਵਾ ਵੀ ਪੰਜਾਬ ਦੀ ਜਿਹੜੀ ਸੁਸਾਇਟੀ ਹੈ ਉਹ ਇਕੱਲੀ ਸਿੱਖਾਂ ਤੱਕ ਵੀ ਸੀਮਤ ਨਹੀਂ ਹੈਗੀ। ਸੋ ਉਹ ਸਿਵਲ ਸੁਸਾਇਟੀ ਦਾ ਹਿੱਸਾ ਜਿਹੜਾ ਆ ਉਹਦੇ ਵੱਲੋਂ ਵੀ ਕਦੀ ਇਸ ਤਰ੍ਹਾਂ ਦੀ ਮੰਗ ਜਿਹੜੀ ਆ ਉਹ ਨਹੀਂ ਕੀਤੀ ਗਈ। ਹਾਲਾਂਕਿ ਇਹਦੇ ਵਿੱਚ ਜਿਹੜੀ ਪਹਿਲ ਆ ਉਹ ਮੈਂ ਸਮਝਦਾ ਕਿ ਬਹੁਤ ਸਾਰੇ ਕਾਰਨ ਹੈਗੇ ਸਿਧਾਂਤਕ, ਜਿਨ੍ਹਾਂ ਕਰਕੇ ਸ਼ਾਇਦ ਪੰਥਕ ਹਿੱਸਾ ਇਸ ਤਰ੍ਹਾਂ ਦੀ ਮੰਗ ਜਿਹੜੀ ਆ ਉਹ ਇਹਨਾਂ ਪੋਲੀਟੀਸ਼ੀਅਨਸ ਦੇ ਕੋਲੋਂ ਨਹੀਂ ਕਰੂਗਾ। ਪਰ ਇਹ ਸਿਵਲ ਸੁਸਾਇਟੀ ਦੇ ਪੱਧਰ ਦੇ ਉੱਪਰ ਕੀਤੇ ਜਾਣ ਵਾਲਾ ਕੰਮ ਹੈਗਾ। ਜਿਹੜੇ ਸਿਵਲ ਸੁਸਾਇਟੀ ਦੇ ਅਦਾਰੇ ਨੇ ਉਹਨਾਂ ਨੂੰ ਜ਼ਰੂਰ ਇਸ ਮਾਮਲੇ 'ਚ ਪਹਿਲ ਕਰਨੀ ਚਾਹੀਦੀ ਹੈ। ਇੱਕ ਦੰਗੇ ਨਹੀਂ ਨਸਲਕੁਸ਼ੀ ਹਿੱਸਾ ਜਿਹੜਾ ਹੈ ਕਿਤਾਬ ਦਾ, ਉਹਦੇ ਵਿੱਚ ਲਿਖਿਆ ਕਿ ਮੁਨਕਰ ਹੋਣ ਦੀ ਬਜਾਏ ਇੰਡੀਆ ਸਿੱਖ ਨਸਲਕੁਸ਼ੀ ਲਈ ਮਾਫੀ ਮੰਗੇ, ਕੈਥਰੀਨ ਏ ਆਸਟਨ ਨੇ ਲਿਖਿਆ ਹੋਇਆ ਹੈ। ਇਹ ਜਿਹੜੀ ਮੰਗ ਹੈ ਉਹ ਨਸਲਕੁਸ਼ੀ ਦੀ ਮਾਨਤਾ ਦਿੱਤੇ ਜਾਣ ਨਾਲੋਂ ਵੀ ਅਹਿਮ ਹੈ ਸਿੱਖਾਂ ਦੇ ਲਈ। ਕੀ ਹੈ ਇਸ ਆਰਟੀਕਲ ਦੇ ਵਿੱਚ? ਦੇਖੋ, ਇਹ ਕੈਥੀ ਆਸਟਨ ਦੇ ਜਿਹੜੀ ਹੈਗੀ ਆ ਉਹਦੀ ਸਪੀਚ ਆ ਜਦੋਂ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਕਨੈਕਟੀਕਟ ਦੇ ਵਿੱਚ ਮਨਾਇਆ ਜਾਣਾ ਸੀਗਾ, ਕਿਉਂਕਿ ਇਹ ਸੈਨੇਟਰ ਜਿਹੜੀ ਆ ਉੱਥੇ ਇੱਕ ਲੋਕਲ ਸਿੱਖ ਸਿਆਸਤਦਾਨ ਹੈਗੇ ਨੇ ਸਵਰਨਜੀਤ ਸਿੰਘ ਖਾਲਸਾ, ਉਹਨਾਂ ਦੇ ਵੱਲੋਂ ਕਾਫੀ ਉਦਮ ਕੀਤਾ ਗਿਆ। ਨਾਰਵਿਚ ਸਿਟੀ ਕਾਉਂਸਲ ਤੋਂ ਉਹਨਾਂ ਨੇ ਸ਼ੁਰੂ ਕੀਤਾ, ਉਸ ਤੋਂ ਬਾਅਦ ਉਹ ਕਨੈਕਟੀਕਟ ਸਟੇਟ ਦੇ ਵਿੱਚ ਲੈ ਕੇ ਗਏ, ਉੱਥੋਂ ਉਹਨਾਂ ਨੇ ਲਾਅ ਪਾਸ ਕਰਵਾਇਆ ਜਿਹਦੇ ਤਹਿਤ ਇਹ ਪਹਿਲੀ ਵਾਰ ਮਨਾਇਆ ਜਾਣਾ ਸੀਗਾ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਸਰਕਾਰੀ ਪੱਧਰ ਦੇ ਉੱਪਰ ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਵਿੱਚ। ਤੇ ਉਦੋਂ ਇੰਡੀਅਨ ਹਾਈ ਕਮਿਸ਼ਨ ਬਹੁਤ ਜ਼ਿਆਦਾ ਉੱਥੇ ਸਰਗਰਮ ਹੋ ਗਿਆ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਕੈਥੀ ਆਸਟਨ ਨੂੰ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਬਿਲਕੁਲ ਮਿਸਗਾਈਡ ਕੀਤਾ ਜਾ ਰਿਹਾ, ਤੁਹਾਨੂੰ ਮਤਲਬ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰਿਆ ਉੱਥੇ। ਤਾਂ ਉਹ ਤਾਂ ਮਤਲਬ ਇੱਕ ਦੰਗੇ ਸੀਗੇ, ਦਿੱਲੀ ਸ਼ਹਿਰ ਦੇ ਤੱਕ ਸੀਮਤ ਸੀਗੇ। ਉਹਦੇ ਵਾਸਤੇ ਜੋ ਵੀ ਸਰਕਾਰ ਨੇ ਬਣਦੀ ਕਾਰਵਾਈ ਆ ਉਹ ਕੀਤੀ ਹੋਈ ਹੈ। ਇਹ ਬਿਲਕੁਲ ਜੈਨੋਸਾਈਡ ਨਹੀਂ ਸੀਗਾ। ਤਾਂ ਉਹ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਮਾਗਮ ਹੋਇਆ ਉਹਦੇ ਵਿੱਚ ਉਹਨੇ ਕੈਥੀ ਆਸਟਨ ਨੇ ਜਿਹੜੀ ਸਪੀਚ ਕੀਤੀ ਉਹਦੇ ਵਿੱਚ ਉਹਨੇ ਕਿਹਾ ਕਿ ਜਿਹੜੀ ਇੰਡੀਅਨ ਹਾਈ ਕਮਿਸ਼ਨ ਦੀ ਚਿੱਠੀ ਹੈ ਵੀ ਇਹ ਮੇਰੀਆਂ ਨਜ਼ਰਾਂ ਦੇ ਵਿੱਚ ਇਹਦੀ ਵੈਲਿਊ ਜਿਹੜੀ ਆ ਉਹ ਡਿਨਾਇਲ ਦੇ ਡਾਕੂਮੈਂਟ ਤੋਂ ਵੱਧ ਕੇ ਨਹੀਂ ਹੈਗੀ। ਉਹ ਕਹਿੰਦੀ ਕਿ ਸਾਨੂੰ ਪਤਾ ਹੈ ਕਿ ਯਹੂਦੀਆਂ ਦਾ ਕਤਲੇਆਮ ਹੋਇਆ, ਅੱਜ ਨਸਲਕੁਸ਼ੀ ਸਾਰਾ ਸੰਸਾਰ ਉਹਨੂੰ ਮੰਨਦਾ ਹੈ, ਪਰ ਕਰਨ ਵਾਲੀ ਧਿਰ ਜਿਹੜੀ ਹੈਗੀ ਆ ਉਹ ਅਜੇ ਵੀ ਨਹੀਂ ਮੰਨਦੇ। ਤੇ ਉਹ ਕਹਿੰਦੀ ਵੀ ਹਮੇਸ਼ਾ ਹੀ ਕਰਨ ਵਾਲੀ ਧਿਰ ਮੁਨਕਰ ਹੁੰਦੀ ਹੈ। ਸੋ ਇੰਡੀਆ ਇਹਦੇ ਤੋਂ ਮੁਨਕਰ ਹੋ ਰਿਹਾ, ਜਦ ਕਿ ਚਾਹੀਦਾ ਹੈ ਕਿ ਇੰਡੀਆ ਮੁਨਕਰ ਹੋਣ ਦੀ ਬਜਾਏ ਇਹਦੇ ਵਾਸਤੇ ਜਿਹੜੀ ਆ ਉਹ ਮਾਫੀ ਮੰਗੇ। ਇਸੇ ਤਰ੍ਹਾਂ ਹੀ ਪੈਂਸਿਲਵੇਨੀਆ ਦੇ ਵਿੱਚ ਜਦੋਂ ਰੈਜ਼ੋਲੂਸ਼ਨ ਪਾਸ ਹੋਇਆ ਤੇ ਗਵਰਨਰ ਦੇ ਸਾਈਨ ਦੇ ਵਾਸਤੇ ਜਾਣਾ ਸੀਗਾ, ਇਹ ਇੰਡੀਅਨ ਹਾਈ ਕਮਿਸ਼ਨ ਨੇ ਪੂਰੀ ਕੋਸ਼ਿਸ਼ ਕੀਤੀ ਕਿ ਗਵਰਨਰ ਦੇ ਸਾਈਨ ਤੋਂ ਰੋਕ ਲਿਆ ਜਾਵੇ ਰੈਜ਼ੋਲੂਸ਼ਨ ਨੂੰ, ਪਰ ਉਹ ਗਵਰਨਰ ਦੇ ਸਾਈਨ ਹੋ ਗਏ। ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਥੋਂ ਚੰਡੀਗੜ੍ਹੋਂ ਛਪਦੇ ਦੇ ਅੰਗਰੇਜ਼ੀ ਦੇ ਅਖਬਾਰ, ਪੰਜਾਬ ਦਾ ਬੜਾ ਮਸ਼ਹੂਰ ਅਖਬਾਰ ਹੈ, ਉਹਦੇ ਵਿੱਚ ਇਹ ਫੇਕ ਨਿਊਜ਼ ਫਲੋਟ ਕੀਤੀ ਕਿ ਜਿਹੜਾ ਪੈਂਸਿਲਵੇਨੀਆ ਵਿਧਾਨ ਸਭਾ ਦੇ ਵਿੱਚ ਨਸਲਕੁਸ਼ੀ ਦਾ ਪਾਸ ਹੋਇਆ ਸੀਗਾ ਵੀ ਉਹ ਸਿੱਖਾਂ ਨੇ ਧੋਖੇ ਦੇ ਨਾਲ ਕਰਵਾ ਲਿਆ ਸੀਗਾ ਤੇ ਉਹ ਵਿਧਾਨ ਸਭਾ ਦੇ ਵਿੱਚੋਂ ਹੁਣ ਰੱਦ ਕਰ ਦਿੱਤਾ ਗਿਆ ਆ। ਚਲੋ ਮੈਂ ਵੀ ਸਵੇਰੇ ਉਹ ਖਬਰ ਦੇਖੀ। ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੇ ਸੰਬੰਧਿਤ ਵਿਅਕਤੀ ਜਿਹੜੇ ਉਦਮ ਕਰ ਰਹੇ ਸੀਗੇ ਉਹਨਾਂ ਦੇ ਨਾਲ ਸੰਪਰਕ ਕੀਤਾ, ਉਹਨਾਂ ਨੇ ਅਫੀਸ਼ੀਅਲਸ ਦੇ ਨਾਲ ਕੀਤਾ। ਫਿਰ ਉਹਨਾਂ ਨੇ ਸਾਨੂੰ ਬਕਾਇਦਾ ਜਿਹੜੇ ਅਧਿਕਾਰਤ ਦਸਤਾਵੇਜ਼ ਸੀਗੇ ਪੈਂਸਿਲਵੇਨੀਆ ਵਿਧਾਨ ਸਭਾ ਦੇ ਉਹ ਭੇਜੇ। ਅਸੀਂ ਸਿੱਖ ਸਿਆਸਤ ਦੇ ਉੱਪਰ ਵੀ ਪ੍ਰਕਾਸ਼ਿਤ ਕੀਤੇ, ਨਾਲ ਇਹ ਗੱਲ ਐਕਸਪੋਜ਼ ਕੀਤੀ, ਵੀਡੀਓ ਬਣਾ ਕੇ ਵੀ ਪਾਈ, ਖਬਰ ਵੀ ਜਿਹੜੀ ਆ ਉਹ ਛਾਪੀ ਤੇ ਇਹ ਗੱਲ ਦੁਨੀਆ ਦੇ ਸਾਹਮਣੇ ਉਜਾਗਰ ਕੀਤੀ ਕਿ ਇਹ ਇੰਡੀਅਨ ਮੀਡੀਆ ਵੀ ਜਿਹੜਾ ਡਿਨਾਇਲ ਦਾ ਪਲਾਟ ਹੈਗਾ ਆ, ਡਿਨਾਇਲ ਦੀ ਜਿਹੜੀ ਵਿਉਂਤਬੰਦੀ ਉਹਦੇ ਵਿੱਚ ਸ਼ਾਮਲ ਆ ਤੇ ਇਹ ਝੂਠੀਆਂ ਖਬਰਾਂ ਦਾ ਵੀ ਲਾ ਰਹੇ। ਉਹ ਅੱਜ ਵੀ ਇਸ ਕਿਤਾਬ ਦੇ ਵਿੱਚ ਵੀ ਉਹ ਮਤਾ ਹੈਗਾ, ਉਹਦੇ ਹੇਠਾਂ ਤੰਦ ਦਿੱਤੀ ਹੋਈ ਹੈ। ਜਦੋਂ ਤੁਸੀਂ ਉਹ ਤੰਦ ਇੰਟਰਨੈਟ ਦੇ ਉੱਪਰ ਖੋਲੋਗੇ ਤਾਂ ਤੁਸੀਂ ਅੱਜ ਵੀ ਪੈਂਸਿਲਵੇਨੀਆ ਵਿਧਾਨ ਸਭਾ ਦੇ ਉੱਪਰ ਉਹ ਮਤਾ ਦੇਖ ਸਕਦੇ ਆ, ਉਹ ਬਕਾਇਦਾ ਪ੍ਰਵਾਨ ਹੋਇਆ। ਸੋ ਇਸ ਪੱਧਰ ਤੱਕ ਮੁਨਕਰ ਹੋਣ ਦਾ ਅਮਲ ਜਿਹੜਾ ਉਹ ਚੱਲ ਰਿਹਾ। ਔਰ ਦੁਨੀਆ ਦੇ ਲੋਕ ਬਹੁਤ ਸਾਰੇ ਰੈਜ਼ੋਲੂਸ਼ਨ ਜਿਹੜੇ ਇਸ ਕਿਤਾਬ 'ਚ ਹੈਗੇ ਤੁਸੀਂ ਪੜ੍ਹੋਗੇ ਤੇ ਉਹ ਕਹਿੰਦੇ ਨੇ ਇਹ ਗੱਲ ਕਿ ਇੰਡੀਆ ਇਹਦੇ ਵਾਸਤੇ ਮਾਫੀ ਮੰਗੇ। ਆਖਰੀ ਕੁਐਸਚਨ ਤੇ ਆਵਾਂਗੇ ਭਾਈ ਸਾਹਿਬ, ਸਾਰੀ ਨਸਲਕੁਸ਼ੀ ਤੇ ਚਰਚਾ ਹੋਈ ਹੈ, ਹੁਣ ਥੋੜੀ ਜਿਹੀ ਜੇ ਆਪਾਂ ਨਿਆਂ ਤੇ ਗੱਲ ਕਰ ਲਈਏ, ਸਿੱਖ ਜਿਹੜਾ ਸਿਧਾਂਤ ਹੈ ਉਸ ਦੇ ਵਿੱਚ ਨਿਆਂ ਦੇ ਬਾਰੇ ਵੀ ਜਿਹੜੇ ਥਾਟ ਨੇ ਅਲੱਗ-ਅਲੱਗ ਜਦੋਂ ਲੋਕਾਂ ਦੇ ਨਾਲ ਗੱਲ ਕਰੀਦੀ ਹੈ ਤਾਂ ਕੁਝ ਇੱਕ ਜਿਹੜਾ ਥਾਟ ਹੈ ਉਹ ਇਸ ਪੱਧਰ ਦਾ ਹੈ ਕਿ
ਨਿਆਂ ਮਿਲਣਾ ਨਹੀਂ ਹੈ। ਆਸ ਹੈ ਜਿਹੜੀ ਉਹ ਉੱਠ ਚੁੱਕੀ ਹੈ ਕਿ ਨਿਆਂ ਮਿਲਣਾ ਨਹੀਂ, ਤੇ ਸਿੱਖ ਨੇ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਨੇ। ਜੇ ਇਹ ਇੱਕ ਨਸਲਕੁਸ਼ੀ ਵਾਪਰੀ ਹੈ ਸਿੱਖਾਂ ਦੇ ਨਾਲ, ਤਾਂ ਉਹਨਾਂ ਨੂੰ ਹੁਣ ਇਨਸਾਫ ਦੀ ਮੰਗ ਹੈ ਜਿਹੜੀ ਉਹ ਬੰਦ ਕਰ ਦੇਣੀ ਚਾਹੀਦੀ ਹੈ। ਉਸ ਨੂੰ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿ ਕੇ ਉਹਨਾਂ ਨੂੰ ਜਿਉਣਾ ਚਾਹੀਦਾ ਹੈ, ਸਹਿਣਾ ਚਾਹੀਦਾ ਹੈ। ਦੂਸਰਾ ਜਿਹੜਾ ਹਿੱਸਾ ਹੈ ਤਾਂ ਉਹ ਕਹਿੰਦਾ ਹੈ ਕਿ ਇਨਸਾਫ ਲੈਣਾ ਸਾਡਾ ਹੱਕ ਹੈ। ਸੋ ਮੈਂ ਤੁਹਾਡੇ ਦੋਨਾਂ ਤੋਂ ਹੀ ਵਿਚਾਰ ਜਾਣਨਾ ਚਾਹਾਂਗੀ। ਪਹਿਲਾਂ ਰਣਜੀਤ ਸਿੰਘ ਜੀ ਤੋਂ। ਨਵੰਬਰ 84 ਦੇ ਸੰਬੰਧ ਦੇ ਵਿੱਚ ਵੀ ਜਦੋਂ ਨਵੰਬਰ 84 ਵਾਪਰਿਆ, ਉਸ ਤੋਂ ਬਾਅਦ ਪੰਜਾਬ ਤੋਂ ਮਹਾਰਾਜ ਨੇ ਕਿਰਪਾ ਕੀਤੀ, ਸਿੰਘਾਂ ਦਾ ਇੱਕ ਜਥਾ ਦਿੱਲੀ ਗਿਆ। ਦਿੱਲੀ ਤੋਂ ਵੱਖ-ਵੱਖ ਜਗ੍ਹਾ ਜਿਨ੍ਹਾਂ ਨੇ ਇਸ ਨਸਲਕੁਸ਼ੀ ਨੂੰ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਪਣਾ ਸਿੱਖਾਂ ਦਾ ਕਤਲੇਆਮ ਕੀਤਾ, ਤੇ ਉਹ ਪਾਪੀਆਂ ਨੂੰ ਦੰਡ ਦਿੱਤਾ। ਇਹਦੇ ਵਿੱਚ ਲਲਿਤ ਮਾਕਣ, ਅਰਜਨ ਦਾਸ, ਹੋਰ ਜਿਹੜੇ ਇੰਪੋਰਟੈਂਟ ਨਾਂ ਨੇ ਉਹ ਸ਼ਾਮਲ ਨੇ, ਤੇ ਉਹਨਾਂ ਨੂੰ ਸੋਧਿਆ। ਸਿੱਖਾਂ ਦੀ ਪਰੰਪਰਾ ਜਿਹੜੀ ਸੋਧਣ ਦੀ ਰਹੀ ਹੈ, ਤੇ ਉਹ ਮਹਾਰਾਜ ਨੇ ਸਿੱਖਾਂ ਕੋਲੋਂ ਜਿਹੜੀ ਆਪਣਾ ਸੇਵਾ ਲਈ ਹੈ, ਤੇ ਉਹ ਸਿੱਖ ਹਜੇ ਵੀ ਉਹਨਾਂ ਚੋਂ ਕੁਝ ਸਿੱਖ ਆਪਣਾ ਸ਼ਹੀਦ ਹੋ ਗਏ, ਤੇ ਉਹਨਾਂ ਚੋਂ ਉਹਨਾਂ ਦੇ ਨਾਲ ਦੇ ਕੁਝ ਸਾਥੀ ਜਿਨ੍ਹਾਂ 'ਚ ਭਾਈ ਦਲਜੀਤ ਸਿੰਘ ਜੀ ਦਾ ਹੁਣਾਂ ਦਾ ਨਾਂ, ਰਣਜੀਤ ਸਿੰਘ ਕੁੱਕੀ ਹੁਣਾਂ ਦਾ ਨਾਂ ਆਪਣਾ ਸ਼ਾਮਲ ਹੈ, ਵੀ ਇਹ ਵੀ ਇਸ ਜਹਾਨ 'ਚ ਜਿਉਂਦੇ ਨੇ, ਤੇ ਉਹ ਦੱਸਦੇ ਨੇ ਕਿ ਸਿੱਖਾਂ ਨੇ ਕਿੰਨੇ ਜ਼ੋਰ ਦੇ ਨਾਲ ਜਿਹੜੀ ਜੰਗ ਚੱਲ ਰਹੀ ਸੀਗੀ ਉਹਦਾ ਬਦਲਾ ਲਿਆ। ਸਿੱਖਾਂ ਦਾ ਨਿਆਂ ਦਾ ਜਿਹੜਾ ਪ੍ਰਬੰਧ ਉਹ ਤਾਂ ਅਸੀਂ ਆਪਣਾ ਅਡਾਪਟ ਕੀਤਾ, ਪਰ ਜਿਹੜੀ ਨਿਆਂ ਦੀ ਗੱਲ ਅਸੀਂ ਕੋਰਟਾਂ 'ਚੋਂ ਕਰਦੇ ਹਾਂ, ਤਾਂ ਜਦੋਂ ਉਹ ਆਪ ਹੀ ਉਹਨਾਂ ਨੇ ਸਭ ਕੁਝ ਵਰਤਾਇਆ, ਆਪ ਹੀ ਸਭ ਕੁਝ ਕੀਤਾ, ਤੇ ਉਹ ਹਰ ਸਟੇਜ ਦੇ ਉੱਤੇ ਜਾ ਕੇ ਮੁੱਕਰ ਰਹੇ ਨੇ, ਤੇ ਉਹਨਾਂ ਤੋਂ ਨਿਆਂ ਦੀ ਆਸ ਕਿੱਥੇ ਕਰਨੀ ਚਾਹੀਦੀ? ਕਿੱਥੋਂ ਨਿਆਂ ਆਪਾਂ ਨੂੰ ਉਹਨਾਂ ਤੋਂ ਮਿਲ? ਪਰਮਜੀਤ ਸਿੰਘ ਗਾਜ਼ੀ, ਤੁਹਾਡਾ ਕੀ ਮੰਨਣਾ ਹੈ? ਤੇ ਇੱਥੇ ਇਹ ਵੀ ਪੱਖ ਵਿਚਾਰਨਯੋਗ ਹੈ, ਭਾਵੇਂ ਦੋ ਤਰ੍ਹਾਂ ਦੇ ਥਾਟ ਹੈਗੇ ਨੇ ਸਿੱਖ ਭਾਈਚਾਰੇ, ਪਰ ਜਿਹੜੇ ਪੀੜਤ ਨੇ, ਖਾਸ ਕਰਕੇ ਵਿਧਵਾ ਕਲੋਨੀ ਦਿੱਲੀ ਦੀ ਆਪਾਂ ਗੱਲ ਕਰ ਲਈਏ, ਉੱਥੇ ਇਨਸਾਫ ਨਹੀਂ ਮਿਲਿਆ। ਉੱਥੇ ਐਡਾ ਕੁ ਜ਼ੁਲਮ ਹੈ ਜਿਹੜਾ ਉਹਨਾਂ ਪਰਿਵਾਰਾਂ ਤੇ ਹੋਇਆ ਸੀਗਾ, ਤੇ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਬਹੁਤ ਤਰੀਕਿਆਂ ਤੋਂ ਨਿਘਾਰ ਵੱਲ ਚਲਾ ਗਿਆ ਹੈ। ਤੁਸੀਂ ਕੀ ਮੰਨਦੇ ਹੋ ਕਿ ਆਸ ਰੱਖਣੀ ਚਾਹੀਦੀ ਹੈ ਇਸ ਨਿਆਂ ਪ੍ਰਬੰਧ ਤੋਂ? ਤੁਹਾਨੂੰ ਨਿੱਜੀ ਤੌਰ ਤੇ ਕੀ ਲੱਗਦਾ? ਦੇਖੋ, ਮੈਂ ਥੋੜੀ ਜਿਹੀ ਗੱਲ ਜਿਹੜੀ ਹੈਗੀ ਉਹ ਰਣਜੀਤ ਸਿੰਘ ਹੋਣ ਵਾਲੀ ਹੋਈ ਦੁਹਰਾਊਂਗਾ। ਇੱਕ ਤਾਂ ਇਹ ਹੈਗੀ ਹੈ ਕਿ ਜਿਹੜਾ ਇੱਕ ਆਪਣਾ ਨਿਆਂ ਕਰਨ ਦਾ ਵਿਧਾਨ ਸੀਗਾ ਸਿੱਖਾਂ ਦਾ, ਉਹਦੇ ਮੁਤਾਬਕ ਪੂਰੀ ਸ਼ਿੱਦਤ ਦੇ ਨਾਲ ਨਿਆਂ ਹੋਇਆ। ਕੱਲ ਵੀ ਭਾਈ ਦਲਜੀਤ ਸਿੰਘ ਹੋਣਾ ਨੇ ਦੱਸਿਆ ਕਿ ਜਿਹੜੇ ਕੋਈ ਦੋਸ਼ੀ ਖਾਲਸਾਈ ਨਿਆਂ ਤੋਂ ਵਾਂਝੇ ਰਹਿ ਗਏ, ਉਹ ਜਥੇ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਸੀਗੀ। ਉਹ ਚਲੋ ਕੁਦਰਤੀ ਕੋਈ ਮਹਾਰਾਜ ਨੇ ਬਿਧ ਇਸ ਤਰ੍ਹਾਂ ਦੀ ਬਣਾਈ ਕਿ ਉਹ ਰਹਿ ਗਏ, ਪਰ ਜਿੰਨੇ ਵੀ ਪ੍ਰਮੁੱਖ ਦੋਸ਼ੀ ਸੀਗੇ, ਜਿਨ੍ਹਾਂ ਦੇ ਵਿੱਚੋਂ ਲਲਿਤ ਮਾਕਣ ਸੀਗਾ, ਅਰਜਨ ਦਾਸ ਸੀਗਾ, ਜਾਂ ਕਾਨਪੁਰ ਦੇ ਵਿੱਚ ਜਿਨ੍ਹਾਂ ਨੇ ਕਤਲੇਆਮ ਕਰਵਾਇਆ ਸੀਗਾ, ਉਸ ਤੋਂ ਇਲਾਵਾ ਬਿਦਰ ਦੇ ਵਿੱਚ ਕਰਵਾਇਆ ਸੀਗਾ, ਉਹਨਾਂ ਸਾਰਿਆਂ ਨੂੰ ਖਾਲਸਾਈ ਵਿਧਾਨ ਦੇ ਅਨੁਸਾਰ ਨਿਆਂ ਉਹਨਾਂ ਦੇ ਨਾਲ ਕੀਤਾ ਗਿਆ। ਇੱਕ ਤਾਂ ਸਾਨੂੰ ਸਮੂਹਕ ਰੂਪ ਦੇ ਵਿੱਚ, ਜਿਹੜੀ ਨਿੱਜੀ ਰੂਪ ਦੀ ਗੱਲ ਹੈਗੀ ਹੈ ਜਿਨ੍ਹਾਂ ਦੇ ਨਾਲ ਵਾਪਰਿਆ, ਉਹਨਾਂ ਦੀ ਗੱਲ ਵੀ ਆਪਾਂ ਕਰਦੇ, ਪਰ ਸਮੂਹਕ ਰੂਪ ਦੇ ਵਿੱਚ ਇੱਕ ਪੰਥ ਵਜੋਂ, ਇੱਕ ਜਨ ਸਮੂਹ ਦੇ ਵਜੋਂ ਸਾਨੂੰ ਇਹ ਗੱਲ ਪ੍ਰਵਾਨ ਕਰਨੀ ਚਾਹੀਦੀ ਕਿ ਇਹ ਗੱਲ ਸਾਡੇ ਚੇਤੇ ਦੇ ਵਿੱਚੋਂ, ਸਾਡੀ ਯਾਦ ਦੇ ਵਿੱਚੋਂ ਮਨਫੀ ਨਹੀਂ ਹੋਣੀ ਚਾਹੀਦੀ ਕਿ ਜੋ ਸਿੱਖਾਂ ਦਾ ਆਪਣਾ ਵਿਧੀ ਵਿਧਾਨ ਸੀਗਾ ਨਿਆਂ ਦਾ, ਉਹ ਕੀਤਾ। ਦੂਜੀ ਗੱਲ ਕਿ ਜੇਕਰ ਪ੍ਰਚਲਿਤ ਸਿਸਟਮ ਹੈ, ਜਿਹੜਾ ਇੱਕ ਡੈਮੋਕ੍ਰੈਟਿਕ ਸਿਸਟਮ ਜਿਹਨੂੰ ਕਿਹਾ ਜਾਂਦਾ ਆ, ਮਾਡਰਨ ਸਟੇਟ ਦਾ ਸਿਸਟਮ ਹੈ, ਕੋਟਾਂ ਵਾਲਾ ਨਿਆਂ ਹੈਗਾ ਆ, ਉਹਦੇ ਵਿੱਚ ਵੀ ਜੇਕਰ ਨਾਕਾਮੀ ਹੋਈ ਹੈ ਤੇ ਉਹ ਸਿੱਖਾਂ ਦੀ ਨਾਕਾਮੀ ਨਹੀਂ ਹੈ। ਸਿੱਖਾਂ ਨੇ ਉਸ ਸੰਬੰਧ ਦੇ ਵਿੱਚ ਤਰੱਦਦ ਕੀਤਾ, ਕੋਸ਼ਿਸ਼ਾਂ ਹੋਈਆਂ। ਤੁਸੀਂ ਦੇਖੋ, ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਬੰਦੇ ਖੜੇ ਨੇ ਅਜੇ ਤੱਕ ਵੀ, ਉਹ ਗਵਾਹੀਆਂ ਵੀ ਦਿੰਦੇ ਆ, ਸਭ ਕੁਝ ਕਰਦੇ ਆ। ਜੇਕਰ ਉੱਥੇ ਨਿਆਂ ਨਹੀਂ ਹੋ ਰਿਹਾ ਤੇ ਉਹ ਸਟੇਟ ਦਾ ਫੇਲਿਅਰ ਹੈ। ਸੋ ਉਹਦਾ ਜਿਹੜਾ ਵਜਨ ਆ ਉਹ ਸਟੇਟ ਦੇ ਉੱਪਰ ਆਉਂਦਾ ਆ। ਤੇ ਜਿਹੜੀ ਗੱਲ ਰਣਜੀਤ ਸਿੰਘ ਹੋਣਾ ਨੇ ਕਹੀ, ਉਹੀ ਗੱਲ ਕਹਿਣਾ ਕਿ ਜਿਹੜੇ ਮੁਨਕਰ ਹੋ ਰਹੇ, ਮੰਨ ਲਓ ਇੱਕ ਵਿਅਕਤੀ ਨੂੰ ਕਤਲ ਦੇ ਵਾਸਤੇ ਤਾਂ ਸਜ਼ਾ ਹੋ ਜਾਂਦੀ ਹੈ, ਕੀ ਇੰਡੀਆ ਨੇ ਸੱਜਣ ਕੁਮਾਰ ਨੂੰ ਕਤਲ ਦੇ ਵਾਸਤੇ ਸਜ਼ਾ ਕਰ ਦਿੱਤੀ, ਉਹਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਗਈ ਇੰਨੇ ਸਾਲਾਂ ਬਾਅਦ। ਹਾਲਾਂਕਿ ਜਦੋਂ ਉਸ ਸਮੇਂ 84 ਦਾ ਦੌਰ ਸੀਗਾ, ਉਦੋਂ ਉਹ ਛੋਟੇ ਦੋਸ਼ੀਆਂ ਦੇ ਵਿੱਚ ਸੀਗਾ, ਕਿਉਂਕਿ ਬਹੁਤ ਛੋਟੇ ਲੈਵਲ ਦਾ ਬੰਦਾ ਸੀਗਾ। ਉਹ ਤਾਂ ਬਾਅਦ ਦੇ ਸਮੇਂ ਦੇ ਦੌਰਾਨ ਪ੍ਰਮੁੱਖਤਾ ਦੇ ਵਿੱਚ ਆ ਗਿਆ, ਜਿਉਂਦਾ ਰਹਿੰਦਾ ਹੋਣ ਕਰਕੇ ਉਹ ਮਤਲਬ ਉਹਦਾ ਨਾਂ ਜਿਹੜਾ ਉਹ ਐ ਲੱਗਣ ਲੱਗ ਗਿਆ ਕਿ ਕਰਨ ਵਾਲਿਆਂ ਦੇ ਵਿੱਚ ਹੀ ਸੀ। ਕਰਨ ਵਾਲਿਆਂ ਦੇ ਵਿੱਚ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਤਾਂ ਸਿੱਖਾਂ ਨੇ ਉਸ ਸਮੇਂ ਚੁਣ ਦਿੱਤੇ ਸੀਗੇ। ਸੋ ਜੇ ਉਹਨੂੰ ਸਜ਼ਾ ਹੋ ਗਈ, ਕਤਲ ਦੇ ਵਾਸਤੇ ਸਜ਼ਾ ਹੋ ਗਈ, ਕੀ ਇੰਡੀਆ ਉਹਨੂੰ ਜੈਨੋਸਾਈਡ ਦੇ ਵਾਸਤੇ ਸਜ਼ਾ ਦਊਗਾ? ਕਦੀ ਵੀ ਨਹੀਂ। ਕਿਉਂਕਿ ਇਹ ਸਵਾਲ ਜਿਹੜੇ ਆ ਇਹ ਸਾਹਮਣੇ ਹਮੇਸ਼ਾ ਖੜੇ ਰਹਿਣੇ ਆ।
ਇਹ ਗੱਲ ਠੀਕ ਆ, ਜਿਹੜੇ ਵੀ ਤਰੱਦਦ ਕਰ ਰਹੇ ਆ ਉਹਨਾਂ ਦਾ ਤਰੱਦਦ ਮੁਬਾਰਕ ਹੈ, ਉਹ ਜਾਰੀ ਰੱਖਣਾ ਚਾਹੀਦਾ, ਪਰ ਉਸ ਤਰੱਦਦ ਨੂੰ ਇਸ ਆਸ ਦੇ ਨਾਲ ਕਰਨਾ ਚਾਹੀਦਾ ਕਿ ਅਸੀਂ ਇੰਡੀਆ ਦੇ ਨਿਆਇਕ ਢਾਂਚੇ ਨੂੰ ਦੁਨੀਆ ਦੇ ਸਾਹਮਣੇ ਐਕਸਪੋਜ਼ ਕਰਨਾ ਆ ਕਿ ਇਹ ਨਿਆਂ ਕਰਨ ਦੇ ਸਮਰੱਥ ਨਹੀਂ ਹੈ। ਸਿੱਖਾਂ ਦਾ ਦਿਲ ਬਹੁਤ ਵੱਡਾ ਹੈ ਤੇ ਸਿੱਖਾਂ ਦੇ ਕੋਲੇ ਆਰਥਿਕ ਸਾਧਨਾਂ ਦੀ ਵੀ ਕੋਈ ਘਾਟ ਨਹੀਂ ਹੈ, ਪਰ ਜਿਹੜੇ ਪੀੜਤ ਸਿੱਖ ਹੁੰਦੇ ਨੇ 1984 ਸਿੱਖ ਕਤਲੇਆਮ ਦੇ ਹੀ ਇੱਕ ਹਿੱਸੇ ਦੀ ਆਪਾਂ ਗੱਲ ਕਰ ਲਈਏ ਤਾਂ ਉੱਥੇ ਤੱਕ ਸਿੱਖ ਸੰਸਥਾਵਾਂ ਨਹੀਂ ਪਹੁੰਚਦੀਆਂ। ਇਹ ਸੱਚਾਈ ਹੈ। ਫਿਰ ਇਸ ਇਨਸਾਫ ਦੇ ਵਿੱਚ, ਇਨਸਾਫ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਕੀ ਪੀੜਤਾਂ ਨੂੰ ਸਾਂਭਣਾ ਨਹੀਂ ਆਉਂਦਾ? ਨਹੀਂ, ਉਹਦੇ ਵਿੱਚ ਦੇਖੋ ਪਰਿਵਾਰਾਂ ਦੀ ਮਦਦ ਦੀ ਜਿੱਥੋਂ ਤੱਕ ਗੱਲ ਹੈ, ਉਹ ਕਾਫੀ ਮਦਦ ਜਿਹੜੀ ਆ ਉਹ ਸਿੱਖਾਂ ਦੇ ਵੱਲੋਂ ਕੀਤੀ ਜਾਂਦੀ ਰਹੀ। ਇੱਕ ਗੱਲ ਤੇ ਇਹ ਹੈਗੀ ਕਿ ਜਿੰਨਾ ਜ਼ਿਆਦਾ ਇਹਨਾਂ ਘੱਲੂਘਾਰਿਆਂ ਦੀ ਸ਼ਿੱਦਤ ਦੇ ਨਾਲ ਪੀੜ ਨੂੰ ਮਹਿਸੂਸ ਕਰਨ ਵਾਲਾ ਹਿੱਸਾ ਸੀਗਾ, ਉਹ ਤਾਂ ਉਸ ਸਮੇਂ ਜੰਗ ਦੇ ਵਿੱਚ ਕੁੱਦ ਗਿਆ ਔਰ ਜੰਗ ਵਾਲੇ ਹਾਲਾਤ ਦੇ ਵਿੱਚ ਸੀਗਾ। ਹਾਲਾਂਕਿ ਜਿਹੜੇ ਸਿੰਘ ਹੁਣ ਪਿੱਛੇ ਬਚੇ ਨੇ ਗਵਾਹੀ ਦੇਣ ਦੇ ਵਾਸਤੇ, ਉਹ ਸਾਰੇ ਇਸ ਗੱਲ ਦੀ ਕਹਿੰਦੇ ਕਿ ਉਸ ਸਮੇਂ ਵੀ ਪਰਿਵਾਰਾਂ ਦੀ ਮਦਦ ਜਿਹੜੀ ਆ ਉਹ ਕਰਨ ਦੇ ਵਾਸਤੇ ਪਹਿਲ ਸੀਗੀ, ਪਰ ਉਸ ਸਮੇਂ ਆਪ ਤੁਸੀਂ ਜੰਗ ਦੇ ਹਾਲਾਤ ਦੇ ਵਿੱਚ ਉਹ ਸਰਕਾਰ ਪਿੱਛੇ ਆ। ਇੱਕ ਤਾਂ ਉਹ ਮਸਲਾ ਰਿਹਾ। ਜਿਹੜੀ ਸੰਸਥਾਵਾਂ ਦੇ ਪੱਧਰ ਦੇ ਉੱਪਰ ਗੱਲ ਰਹੀ ਹੈ, ਉੱਥੇ ਮੈਨੂੰ ਲੱਗਦਾ ਕਿ ਪਹੁੰਚ ਦੀ ਕਮੀ ਰਹੀ ਹੈ, ਮਦਦ ਨਹੀਂ ਹੋਈ। ਕੋਈ ਰਹਿ ਵੀ ਗਏ ਹੋਣਗੇ ਜ਼ਰੂਰ, ਪਰ ਮਦਦ ਕਾਫੀ ਹਿੱਸੇ ਦੀ ਹੁੰਦੀ ਰਹੀ, ਪਰ ਪਹੁੰਚ ਦੇ ਵਿੱਚ ਇੱਕ ਖਾਮੀ ਜ਼ਰੂਰ ਰਹੀ ਕਿ ਅਸੀਂ ਪਹੁੰਚ ਇਸ ਤਰ੍ਹਾਂ ਦੀ ਨਹੀਂ ਅਪਣਾਈ ਕਿ ਉਹਨਾਂ ਬੰਦਿਆਂ ਨੂੰ ਪੈਰਾ ਸਿਰ ਕਰਨ ਦੇ ਵਾਸਤੇ ਤਰੱਦਦ ਕੀਤਾ ਜਾਵੇ। ਰੁਜ਼ਗਾਰ ਸਥਾਪਿਤ ਕਰਕੇ ਦੇਣ ਦੀ ਪਹੁੰਚ ਜਿਹੜੀ ਹੈ ਇਹ ਅਪਣਾਉਣ ਦੇ ਵਿੱਚ ਆਪਣੀ ਕਮੀ ਰਹੀ, ਔਰ ਮੈਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਇੱਕ ਸਿੱਖਣ ਵਾਲੀ ਗੱਲ ਹੈਗੀ ਆ। ਇਹ ਗੱਲ ਠੀਕ ਹੈ, ਇਹ ਪ੍ਰਵਾਨ ਕਰਨੀ ਚਾਹੀਦੀ ਹੈ ਕਿ ਜਿੰਨਾ ਕੁਝ ਕੀਤਾ ਜਾਣਾ ਚਾਹੀਦਾ ਸੀਗਾ ਉਹਨਾਂ ਨਹੀਂ ਹੋਇਆ। ਸੋ ਬਹੁਤ ਬਹੁਤ ਧੰਨਵਾਦ ਸਾਡੇ ਦੋਵੇਂ ਮਹਿਮਾਨਾਂ, ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ। ਕਿਤਾਬ ਜਿਹੜੀ ਲਿਖੀ ਹੈ ਸਿੱਖ ਨਸਲਕੁਸ਼ੀ 1984, ਇਹ ਤੁਸੀਂ ਲੈ ਕੇ ਜ਼ਰੂਰ ਪੜ੍ਹ ਸਕਦੇ ਹੋ। ਇਹਦੇ ਅਖੀਰ ਦੇ ਵਿੱਚ ਲਿਖਿਆ ਹੋਇਆ ਐਲੀ ਵੀਜ਼ਲ ਦਾ ਜਿਹੜਾ ਇੱਕ ਥਾਟ ਲਿਖਿਆ ਹੋਇਆ, ਅਤੀਤ ਨੂੰ ਰੋਣ ਵਾਸਤੇ ਨਹੀਂ ਚਿਤਾਰਿਆ ਜਾਂਦਾ, ਸਗੋਂ ਚਿੰਤਨ ਕਰਨ ਦੇ ਲਈ ਚਿਤਾਰਿਆ ਜਾਂਦਾ ਹੈ। ਅਤੀਤ ਵਿੱਚੋਂ ਪ੍ਰਗਟ ਹੋਇਆ ਭਵਿੱਖ ਉਸ ਨਾਲੋਂ ਵੱਖਰਾ ਹੋਣਾ ਚਾਹੀਦਾ ਤਾਂ ਜੋ ਅਤੀਤ ਮੁੜ ਨਾ ਦੁਹਰਾਇਆ ਜਾਵੇ। ਸੋ ਇੱਕ ਹੋਰ ਕਿਤਾਬ ਮੈਂ ਜ਼ਰੂਰ ਤੁਹਾਡੀ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ, ਜਿਹਦੀ ਹੁਣੇ ਗੱਲ ਕੀਤੀ ਸੀ ਰਣਜੀਤ ਸਿੰਘ ਹੋਣਾ, ਗੁਰਜੰਟ ਸਿੰਘ ਬਲ ਤੇ ਸੁਖਜੀਤ ਸਿੰਘ ਸਦਰਪੁਰ, ਉਹਨਾਂ ਦੀ ਲਿਖੀ ਹੋਈ ਕਿਤਾਬ ਹੈ। ਇਹ ਕੱਲ ਹੀ ਮੈਨੂੰ ਮਿਲੀ ਹੈ। ਸੋ ਇਹ ਦੋਨੇ ਕਿਤਾਬਾਂ ਨੇ ਜਿਹੜੀਆਂ ਸਿੱਖ ਨਸਲਕੁਸ਼ੀ ਨੂੰ ਲੈ ਕੇ ਤੁਸੀਂ ਜ਼ਰੂਰ ਪੜ੍ਹ ਸਕਦੇ ਹੋ। ਸਾਡੇ ਦੋਵੇਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਵੀਰ ਜੀ, ਅੱਗੇ ਵੀ ਇਸ ਕਿਤਾਬ ਦੇ ਵਿੱਚ ਕਿਉਂਕਿ ਬਹੁਤ ਹਿੱਸੇ ਦੇ ਉੱਤੇ ਗੱਲ ਕਰਨ ਵਾਲੀ ਹਾਲੇ ਬਾਕੀ ਹੈ, ਗੱਲਬਾਤ ਦਾ ਦੌਰ ਸਮੇਂ-ਸਮੇਂ ਤੇ ਜਾਰੀ ਰਹੇਗਾ। ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।